ਏਲ ਲੈਹੋ ਦਇਆਲ ਟਹਿ ਪਏ ਦੁਆਰਿਆ। ਰਖ ਲੇ ਬਹੁ ਦੀਨ ਦਇਆਲ ਭਰਮਤ ਬਹੁ ਹਾਰਿਆ। ਭਗਤ ਵਸ਼ਲ ਤੇਰਾ ਬਿਰਦ ਹਰ ਪਤਤ ਉਧਾਰਿਆ। ਤੁਝ ਬਿਨ ਨਾਹੀ ਕੋਇ ਬਿਨੋ ਮੋਹਿ ਸਾਰਿਆ। ਕਰ ਗਹਿ ਲਿਹੋ ਦਇਆਲ ਸਾਗਰ ਸੰਸਾਰਿਆ। ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਣ ਤੂੰ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ। ਤੁਮ ਸਭ ਸਾਜੇ ਸਾਜ ਨਿਵਾਜੇ ਜਿਉ ਪਿੰਡ ਦੇ ਪ੍ਰਾਨਾ। ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਬਾਨਾ। ਤੁਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ। ਕਹੋ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕੈ ਪਾਛੈ। ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ। ਚੋਰ ਜਿਆਰ ਜੁਆਰ ਹਉ ਪਰ ਘਰ ਜੋ ਹੰਦਾ। ਨਿੰਦਕ ਦੁਸ਼ਟ ਹਰਾਮ ਖੋਰ ਠਗ ਦੇਸ ਠਗੰਦਾ। ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ। ਵਿਸਾਸ ਘਾਤੀ ਅਕਿਰਤ ਘਾਣ ਮੈਂ ਕੋ ਨ ਰਖੰਦਾ। ਸਿਮਰ ਮੁਰੀਦਾਂ ਢਾਡੀਆ ਸਤਿਗੁਰ ਬਖਸ਼ੰਦਾ। ਕਹਾ ਬੁੱਧ ਪ੍ਰਭ ਤੁਸ਼ ਹਮਾਰੀ ਬਰਨਸ ਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਜਾ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਜਾ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਮੋ ਸਰਬ ਖਾਪੇ ਨਮੋ ਸਰਬ ਖਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ। ਨਮੋ ਸਰਬ ਖਾਪੇ ਨਮੋ ਸਰਬ ਖਾਪੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ। ਆਪ ਜੀ ਅੰਮ੍ਰਿਤ ਵੇਲੇ ਤੋਂ ਆਸਾ ਦੀ ਵਾਰ ਦੇ ਕੀਰਤਨ ਦਾ ਆਨੰਦ ਮਾਣ ਰਹੇ ਹੋ। ਸੋ ਆਓ ਜੋ ਸ਼ਬਦ ਦੀ ਲੜੀਵਾਰ ਕਥਾ ਚੱਲ ਰਹੀ ਹੈ। ਜਾਪ ਸਾਹਿਬ ਦੀ ਕਥਾ ਜੋ ਆਰੰਭ ਹੈ, ਜੋ ਹੁਣ 19 ਪੌੜੀਆਂ ਹੋ ਚੁੱਕੀਆਂ ਨੇ, ਉਸ ਤੋਂ ਅੱਗੇ ਸਤਿਗੁਰੂ ਜੀ ਕਿਰਪਾ ਕਰਨੀ ਕਰਦੇ ਹਨ। ਵਾਹਿਗੁਰੂ ਸਾਹਿਬ ਜੀਓ। ਨਮੋ ਸਰਬ ਖਾਪੇ। ਜਿਹੜਾ ਸਾਰਿਆਂ ਨੂੰ ਖਪਾਉਣ ਵਾਲਾ ਹੈ, ਖਾ ਜੋ ਆਕਾਸ਼ ਦੀ ਨਿਆਈ ਸਾਰੇ ਵਰਤ ਰਿਹਾ ਹੈ, ਉਸ ਨੂੰ ਮੇਰੀ ਨਮਸਕਾਰ ਹੈ। ਨਮੋ ਸਰਬ ਖਾਪੇ। ਜਿਹੜਾ ਸਾਰਿਆਂ ਨੂੰ ਥਾਪਣ ਵਾਲਾ ਹੈ,
ਜਿਹੜਾ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ ਤੇ ਪੈਦਾ ਕਰਕੇ ਸਥਿਤ ਕਰਨ ਵਾਲਾ ਹੈ, ਉਸ ਨੂੰ ਮੇਰੀ ਨਮਸਕਾਰ ਹੈ। ਨਮੋ ਸਰਬ ਕਾਲੇ। ਜਿਹੜੇ ਕਾਲ ਸਾਰਿਆਂ ਨੂੰ ਜੋ ਨਾਸ਼ ਕਰਨ ਵਾਲਾ ਹੈ, ਸਾਰਿਆਂ ਦਾ ਕਾਲ ਕਰਨ ਵਾਲਾ ਹੈ, ਜਿਹੜਾ ਸਾਰੇ ਸਮਿਆਂ ਵਿੱਚ ਹੈ, ਉਸ ਨੂੰ ਮੇਰੀ ਨਮਸਕਾਰ ਹੈ। ਨਮੋ ਸਰਬ ਪਾਲੇ। ਜਿਹੜਾ ਸਾਰਿਆਂ ਦੀ ਪ੍ਰਤਿਪਾਲਨਾ ਕਰਨ ਵਾਲਾ ਹੈ, ਉਸ ਨੂੰ ਮੇਰੀ ਨਮਸਕਾਰ ਹੈ। ਨਮਸਤਸਤ ਦੇਵੈ। ਨਮਸਤਸਤ, ਇਸ ਦਾ ਉਚਾਰਨ ਇੱਦਾਂ ਹੀ ਕਰਨਾ ਹੈ। ਨੰਨਾ ਮੰਮਾ ਸੱਸਾ ਤੱਤੇ ਤੇ ਅੱਧਕ ਲਾ ਕੇ ਸੱਸਾ ਤੱਤਾ ਨਮਸਤਸਤ। ਕਈ ਤਾਂ ਹੋਰੇ ਤਰ੍ਹਾਂ ਉਚਾਰਨ ਕਰਦੇ ਨੇ। ਇਸ ਵਿੱਚੋਂ ਦੋ ਅੱਖਰ ਨਿਕਲੇ ਨੇ, ਨਮਸ, ਉਸ ਤੋਂ ਬਾਅਦ ਅਸਤ। ਅਸਤ ਦਾ ਭਾਵ ਹੈ ਨਮਸ, ਨਮਸਕਾਰ ਹੈ। ਨਮਸਤਸਤ ਦੇਵੈ, ਜਿਹੜਾ ਸਾਰਿਆਂ ਦਾ ਦੇਵ ਹੈ, ਜਿਹੜਾ ਸਾਰਿਆਂ ਦਾ ਪ੍ਰਕਾਸ਼ ਰੂਪ ਹੈ, ਜਿਹੜਾ ਸਾਰਿਆਂ ਨੂੰ ਦਾਨ ਦੇਣ ਵਾਲਾ ਹੈ, ਜਿਹੜਾ ਸਾਰਿਆਂ ਦਾ ਪੂਜਨੀਕ ਹੈ, ਜਿਹੜਾ ਗੁਰੂ ਰੂਪ ਹੋ ਕੇ ਸਾਰਿਆਂ ਵਿੱਚ ਵਿਆਪਕ ਹੈ, ਉਸ ਨੂੰ ਮੇਰੀ ਨਮਸ, ਨਮਸਕਾਰ। ਅਸਤ ਤੋਂ ਭਾਵ ਹੈ ਨਮਸਤਸਤ ਅਭੇਵੈ। ਨਮਸਤੰ ਅਭੇਵੈ, ਜਿਸ ਦਾ ਕੋਈ ਭੇਦ ਨਹੀਂ ਪਾਇਆ ਜਾ ਸਕਦਾ। ਨਮਸਤੰ ਅਭੇਵੈ, ਤੇ ਜੋ ਭੈ ਤੋਂ ਰਹਿਤ ਹੈ, ਜੋ ਅਚਰਜ ਰੂਪ ਹੈ, ਜਿਸ ਨੂੰ ਕਿਸੇ ਦਾ ਡਰ ਨਹੀਂ ਹੈ। ਨਮਸਤੰ ਅਭੇਵੈ, ਕਿਸੇ ਵੀ ਤਰ੍ਹਾਂ ਕਰਕੇ ਤੇਰਾ ਕੋਈ ਭੇਦ ਨਹੀਂ ਪਾ ਸਕਦਾ, ਨਾ ਹੀ ਤੇਰੇ ਵਿੱਚ ਕੋਈ ਭੇਦ ਹੈ। ਭਾਵ ਕਿ ਤੇਰੇ ਵਿੱਚ ਕੋਈ ਭੇਦ ਵੀ ਨਹੀਂ ਹੈ, ਤੈਨੂੰ ਨਮਸਕਾਰ ਹੈ। ਨਮਸਤੰ ਅਜਨਮੇ। ਉਹ ਜਨਮ ਤੋਂ ਰਹਿਤ ਹੈ, ਉਹ ਜੰਮਦਾ ਨਹੀਂ ਹੈ, ਬਲਕਿ ਸਾਰਿਆਂ ਵਿੱਚ ਆਇਆ ਹੋਇਆ ਹੈ। ਅਜਨਮੇ, ਅੱਜ ਨਾਮ ਬ੍ਰਹਮਾ ਦਾ ਹੈ, ਨਵੇਂ ਨਾਮ ਨਮਸਕਾਰ ਕਰਨ ਦਾ ਹੈ। ਜੋ ਬ੍ਰਹਮਾ ਹੈ ਉਹ ਵੀ ਉਸ ਨੂੰ ਨਮਸਕਾਰ ਕਰਦੇ ਨੇ। ਨਮਸਤੰ ਸੋ ਬਾਨਮੇ। ਨਮਸਤੰ ਸੋ ਬਾਨਮੇ, ਸੰਪਰਦਾ ਵਿੱਚ ਇਸ ਦਾ ਉਚਾਰਨ ਸੋ ਵੱਖਰਾ, ਬਨ ਵੱਖਰਾ ਤੇ ਮੇ ਵੱਖਰਾ। ਕਈ ਮੇ ਤੇ ਬਿੰਦੀ ਲਾ ਕੇ ਉਚਾਰਨ ਕਰਦੇ ਨੇ, ਨਹੀਂ ਮੇ ਭਾਵ ਕੇ ਵਿੱਚ। ਨਮਸਤੰ ਸੋ ਬਾਨਮੇ, ਸੋ ਭਲੀ ਪ੍ਰਕਾਰ ਜਿਹੜਾ ਸੰਸਾਰ ਰੂਪੀ ਬਨ ਵਿੱਚ ਆਇਆ ਹੋਇਆ ਹੈ, ਉਸ ਨੂੰ ਮੇਰੀ ਨਮਸਕਾਰ ਹੈ। ਨਮੋ ਸਰਬ ਗੌਨੇ। ਨਮਸਤੰ ਸੋ ਬਾਨਮੇ, ਹੁਣ ਅਰਥ ਕਰਨ ਵਾਸਤੇ ਜਿਹੜਾ ਸੱਸੇ ਨੂੰ ਔਂਕੜ ਲੱਗੀ ਹੈ, ਉਸ ਨੂੰ ਬਨ ਨਾਲ ਜੋੜਦੇ ਨੇ ਤੇ ਸੁਬਨ ਬਣ ਜਾਂਦਾ ਹੈ। ਸੁਬਨ ਤੋਂ ਭਾਵ ਜਿਵੇਂ ਆਪਾਂ ਹਿੰਦੀ ਵਿੱਚ ਕਹਿੰਦੇ ਹਾਂ ਨਾ ਸੁਮਨ, ਜਿਸ ਦਾ ਅਰਥ ਹੈ ਫੁੱਲ। ਭਾਵ ਕਿ ਆਪ ਜੀ ਸੁਮਨ ਸਾਰੇ ਫੁੱਲਾਂ ਵਿੱਚ ਪ੍ਰਫੁੱਲਤ ਹੋ। ਬਣ ਕਹਿੰਦੇ ਨੇ ਸਰੀਰ ਨੂੰ। ਆਪ ਜੀ ਸਾਰੇ ਸਰੀਰਾਂ ਵਿੱਚ ਆਏ ਹੋਏ ਹੋ ਸੱਚੇ ਪਾਤਸ਼ਾਹ ਜੀ। ਬਣ ਸੰਸਾਰ ਵਿੱਚ ਆਪ ਜੀ ਫੁੱਲ ਰੂਪ ਹੋ ਕੇ ਰਹਿ ਰਹੇ ਹੋ। ਬਨ ਨਾਮ ਜਲ ਦਾ ਵੀ ਹੈ। ਆਪ ਜੀ ਜਲਾਂ ਵਿੱਚ ਆਏ ਹੋਏ ਹੋ। ਬਨ ਜੋ ਸੰਸਾਰ ਹੈ, ਆਪ ਜੀ ਸੰਸਾਰ ਰੂਪ ਫੁੱਲ ਰੂਪ ਹੋ ਕੇ ਆਪ ਜੀ ਰਹਿ ਰਹੇ ਹੋ ਸੰਸਾਰ ਵਿੱਚ। ਨਮਸਤੰ ਸੋ ਬਾਨਮੇ, ਸਰੀਰਾਂ ਵਿੱਚ ਵੀ ਆਪ ਜੀ ਹੋ, ਜਲਾਂ ਵਿੱਚ ਵੀ ਆਪ ਜੀ ਆਏ ਹੋਏ ਹੋ, ਅਤੇ ਸੰਸਾਰ ਰੂਪੀ ਬਾਗ ਵਿੱਚ ਵੀ, ਬਣਾ ਬਣਾ ਵਿੱਚ ਵੀ ਆਪ ਜੀ ਆਏ ਹੋਏ ਹੋ। ਆਪ ਜੀ ਨੂੰ ਨਮਸਕਾਰ ਹੈ। ਨਮੋ ਸਰਬ ਗੌਨੇ। ਜਿਹੜਾ ਸਾਰਿਆਂ ਵਿੱਚ ਗਵਨ ਕਰਦਾ ਹੈ, ਸਾਰਿਆਂ ਵਿੱਚ ਵਿਚਰਦਾ ਹੈ, ਉਸ ਨੂੰ ਮੇਰੀ ਨਮਸਕਾਰ ਹੈ। ਨਮੋ ਸਰਬ ਭਉਨੇ। ਨਮੋ ਸਰਬ ਗੌਨੇ, ਜਿਹੜਾ ਸਾਰਿਆਂ ਦੇ ਗਾਉਣ ਯੋਗ ਹੈ। ਕੋਈ ਉਸ ਨੂੰ ਕੀਰਤਨ ਕਰਕੇ ਗਾਉਂਦਾ ਹੈ, ਕੋਈ ਉਸ ਨੂੰ ਹਰੀ ਜਸ ਕਰਕੇ ਗਾਉਂਦਾ ਹੈ, ਕੋਈ ਕਿਸੇ ਤਰ੍ਹਾਂ ਗਾਉਂਦਾ ਹੈ, ਜਿਹੜਾ ਸਾਰਿਆਂ ਦੇ ਗਾਉਣ ਯੋਗ ਹੈ। ਇੱਕ ਹੁੰਦਾ ਹੈ ਗੌਣੀ। ਗੌਣੀ ਦਾ ਅਰਥ ਹੁੰਦਾ ਹੈ ਦੂਜਾ, ਭਾਵ ਕਿ ਦੂਜੇ ਨੰਬਰ 'ਤੇ। ਇਹ ਸਾਰਾ ਕੁਛ ਜੋ ਸਾਰਾ ਸੰਸਾਰ ਹੈ, ਬ੍ਰਹਿਮੰਡ ਨੇ, ਖੰਡ ਨੇ, ਸਾਰੇ ਗੌਣੀ ਨੇ। ਇਹ ਦੂਜੇ ਨੰਬਰ 'ਤੇ ਹਨ। ਪਰ ਤੂੰ ਸੱਚੇ ਪਾਤਸ਼ਾਹ, ਤੂੰ ਮੁਖੀ ਹੈ, ਤੂੰ ਸਾਰਿਆਂ ਦਾ ਸਹਾਇਕ ਹੈ। ਨਮੋ ਸਰਬ ਭਉਨੇ। ਨਮੋ ਸਰਬ ਭਉਨੇ,
ਜੋ ਸੰਸਾਰ ਹੈ ਨਮੋ ਸਰਬ ਭਾਉਨੇ, ਤੂੰ ਸਾਰਿਆਂ ਨੂੰ ਚੰਗਾ ਲੱਗਦਾ ਹੈ, ਤੈਨੂੰ ਕਿਸੇ ਦਾ ਡਰ ਨਹੀਂ ਹੈ, ਤੂੰ ਸਾਰੇ ਪਾਸੇ ਵਿਆਪਕ ਹੈ, ਤੂੰ ਸਾਰੇ ਪਾਸੇ ਵਿਚਰਦਾ ਹੈ। ਨਮੋ ਸਰਬ ਭਾਉਨੇ, ਭਾਉਨੇ ਦਾ ਅਰਥ ਸੰਸਾਰ ਵੀ ਹੁੰਦਾ ਹੈ। ਸਰਬ ਜਗਤ ਤੇਰਾ ਹੀ ਰੂਪ ਹੈ, ਤੂੰ ਸਾਰੇ ਵਿਆਪਕ ਹੈ। ਨਮੋ ਸਰਬ ਰੰਗੇ, ਸਾਰਿਆਂ ਰੰਗਾਂ ਵਿੱਚ ਤੂੰ ਹੈ ਸੱਚੇ ਪਾਤਸ਼ਾਹ ਜੀਓ। ਸਾਰਿਆਂ ਰੰਗਾਂ ਵਿੱਚ ਹੁੰਦਾ ਹੋਇਆ ਵੀ ਰੂਪ ਰੰਗ ਤੋਂ ਆਪ ਜੀ ਰਹਿਤ ਹੋ। ਨਮੋ ਸਰਬ ਰੰਗੇ, ਜਿਹਨੂੰ ਭਗਤੀ ਦਾ ਰੰਗ ਚੜ੍ਹਿਆ ਹੈ ਉਹ ਤੇਰੇ ਪ੍ਰੇਮ ਵਿੱਚ ਵੀ, ਤੇਰੇ ਨਾਲ ਉਹ ਪ੍ਰੇਮ ਵੀ ਕਰਦੇ ਹਨ। ਤੈਨੂੰ ਨਮਸਕਾਰ ਹੈ। ਨਮੋ ਸਰਬ ਭੰਗੇ, ਸਾਰਿਆਂ ਦਾ ਨਾਸ਼ਕ ਹੈ, ਸਾਰਿਆਂ ਨੂੰ ਨਾਸ਼ ਕਰਨ ਵਾਲਾ ਵੀ ਹੈ। ਸਾਰਿਆਂ ਨੂੰ ਪੈਦਾ ਕਰਨ ਵਾਲਾ ਵੀ ਤੂੰ ਹੀ ਹੈ ਤੇ ਸਾਰਿਆਂ ਨੂੰ ਨਾਸ਼ ਕਰਨ ਵਾਲਾ ਹੈ। ਨਮੋ ਕਾਲ ਕਾਲੇ, ਕਾਲ ਦਾ ਵੀ ਕਾਲ ਕਰਨ ਵਾਲਾ ਪਰਮਾਤਮਾ, ਤੈਨੂੰ ਨਮਸਕਾਰ ਹੈ। ਕਾਲ ਕਹਿੰਦੇ ਨੇ ਸਮੇਂ ਨੂੰ, ਹਰੇਕ ਸਮੇਂ ਵਿੱਚ ਕਾਲ ਕਰਨ ਵਾਲਾ ਹੈ, ਤੈਨੂੰ ਨਮਸਕਾਰ ਹੈ। ਨਮਸਤਸਤ ਦਿਆਲੇ, ਨਮਸਤਸਤ ਦਿਆਲੇ, ਨਮਸ ਮੇਰੀ ਨਮਸਕਾਰ, ਅਸਤ ਹੈ ਜੋ ਦਿਆਲੇ, ਜੋ ਸਾਰਿਆਂ 'ਤੇ ਦਇਆ ਕਰਨ ਵਾਲਾ ਹੈ, ਜੋ ਸਾਰਿਆਂ 'ਤੇ ਦਿਆਲਤਾ ਕਰਨ ਵਾਲਾ ਪਰਮਾਤਮਾ, ਤੈਨੂੰ ਮੇਰੀ ਨਮਸਕਾਰ ਹੈ। ਜਿਹੜਾ ਵੀ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਸੱਚੇ ਪਾਤਸ਼ਾਹ ਇਹ ਨਹੀਂ ਦੇਖਦੇ ਕਿ ਇਸਨੇ ਮਾੜੇ ਕਰਮ ਕੀਤੇ ਨੇ ਜਾਂ ਵਕਾਰ ਭੋਗੇ ਨੇ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਜੋ ਪਿਆਰਾ ਸੇਵਕ ਸਿੱਖ ਸੀ ਭਾਈ ਮਾਨ ਸਿੰਘ, ਜਦੋਂ ਉਸ ਨੂੰ ਬਹਾਦਰ ਸ਼ਾਹ ਦੇ ਸਿਪਾਹੀਆਂ ਨੇ ਮਾਰ ਦਿੱਤਾ ਤਾਂ ਸਤਿਗੁਰਾਂ ਨੇ ਮਨ ਵਿੱਚ ਰੋਸ ਨਹੀਂ ਕੀਤਾ। ਜਦੋਂ ਬਹਾਦਰ ਸ਼ਾਹ ਸ਼ਰਣੀ ਆਇਆ ਤਾਂ ਮਹਾਰਾਜ ਨੇ ਆਪਣਾ ਵੈਰ ਨਹੀਂ ਲਿਆ। ਨਮਸਤਸਤ ਦਿਆਲੇ, ਮਹਾਰਾਜ ਇੰਨੇ ਦਿਆਲੂ ਨੇ, ਮਹਾਰਾਜ ਵਿੱਚ ਕੋਈ ਕ੍ਰੋਧ ਨਹੀਂ ਹੈ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਬਿਰਧ ਸੁਆਮੀ ਸੰਦਾ। ਇਹ ਸਤਿਗੁਰਾਂ ਦਾ ਬਿਰਧ ਹੈ, ਜਿਹੜਾ ਵੀ ਸ਼ਰਨ ਵਿੱਚ ਆਉਂਦਾ ਹੈ ਉਹਨੂੰ ਫਿਰ ਸਤਿਗੁਰੂ ਜੀ ਕੁਝ ਨਹੀਂ ਕਹਿੰਦੇ, ਦਿਆਲਤਾ ਕਰਦੇ ਨੇ। ਐਸੇ ਦਿਆਲੂ ਕਿਰਪਾਲੂ ਸਤਿਗੁਰੂ ਜੀ ਨੇ। ਜਿਵੇਂ ਸਤਵੇਂ ਪਾਤਸ਼ਾਹ ਜੀ, ਉਹ ਆਪਣਾ ਚੋਲਾ ਹੀ, ਆਪਣੇ ਵਸਤਰ ਹੀ ਗਰੀਬਾਂ ਨੂੰ ਦੇ ਦਿਆ ਕਰਦੇ ਸਨ। ਐਸੇ ਦਿਆਲਤਾ ਦੇ ਘਰ ਜੇ ਕਿਸੇ ਰੋਗੀ ਨੂੰ ਦੇਖਿਆ, ਕਿਸੇ ਦੁਖੀ ਨੂੰ ਦੇਖਿਆ ਤਾਂ ਉਹਦੇ 'ਤੇ ਦਿਆਲਤਾ ਕਰ ਦੇਣੀ, ਉਹਦਾ ਰੋਗ ਮੇਟ ਦੇਣਾ ਜਾਂ ਕਿਸੇ ਨੂੰ ਬ੍ਰਹਮ ਗਿਆਨ ਦੇ ਦੇਣਾ। ਐਸੇ ਦਿਆਲੂ ਕਿਰਪਾਲੂ ਸਤਿਗੁਰੂ ਨੇ, ਤੈਨੂੰ ਨਮਸਕਾਰ ਹੈ। ਨਮਸਤੰ ਅਵਰਣੇ, ਅਵਰਣੇ, ਜਿਹਦਾ ਕੋਈ ਰੰਗ ਨਹੀਂ ਹੈ। ਵਰਨੇ ਕਹਿੰਦੇ ਨੇ ਜਾਤ ਨੂੰ, ਜਿਹਦੀ ਕੋਈ ਜਾਤ ਵੀ ਨਹੀਂ ਹੈ। ਜਿਹੜਾ ਬ੍ਰਾਹਮਣ ਖੱਤਰੀ ਇਹਨਾਂ ਜਾਤਾਂ ਪਾਤਾਂ ਵਿੱਚ ਨਹੀਂ ਆਉਂਦਾ ਅਤੇ ਇਹਨਾਂ ਵਿੱਚ ਨਾ ਹੁੰਦਾ ਹੋਇਆ ਵੀ ਸਾਰੀਆਂ ਜਾਤਾਂ ਪਾਤਾਂ ਵਿੱਚ ਪਰਮਾਤਮਾ ਹੈ। ਹੇ ਪਰਮਾਤਮਾ, ਤੈਨੂੰ ਮੇਰੀ ਨਮਸਕਾਰ ਹੈ। ਨਮਸਤੰ ਅਵਰਣੇ, ਵਰਨੇ ਕਹਿੰਦੇ ਨੇ ਗਿਣਤੀ ਨੂੰ। ਵਰਨ ਗਿਣਤੀ ਹੁੰਦੀ ਹੈ ਨਾ, ਪਰਮਾਤਮਾ ਤੂੰ ਗਿਣਤੀ ਤੋਂ ਵੀ ਰਹਿਤ ਹੈ। ਵਰਨ ਕਹਿੰਦੇ ਨੇ ਕਥਨ ਕਰਨੇ ਨੂੰ। ਜਿਵੇਂ ਆਪਾਂ ਪਹਿਲੇ ਸਰਵਣ ਕਰਨਾ ਕੀਤਾ ਸੀ, ਕਰਮ ਨਾਮ ਵਰਣਤ ਸੁਮਤ, ਕਿ ਆਪ ਜੀ ਨੇ ਜੋ ਸ੍ਰੇਸ਼ਟ ਮਤੀ ਬਖਸ਼ੀ ਹੈ, ਉਹਦੇ ਨਾਲ ਆਪ ਜੀ ਜੋ ਕੀਰਤਮ ਨਾਮ ਨੇ, ਕਰਮ ਨਾਮ ਨੇ, ਉਹਨਾਂ ਨੂੰ ਵਰਣਨ ਕਰਨ ਲੱਗਾ ਹਾਂ। ਵਰਣਨ ਕਹਿੰਦੇ ਨੇ ਕਥਨ ਕਰਨੇ ਨੂੰ। ਸੱਚੇ ਪਾਤਸ਼ਾਹ ਜੀਓ, ਆਪ ਜੀ ਨੂੰ ਕੋਈ ਕਥਨ ਨਹੀਂ ਕਰ ਸਕਦਾ, ਕੋਈ ਕਹਿ ਨਹੀਂ ਸਕਦਾ ਕਥਨ ਕਰਕੇ ਕਿ ਆਪ ਜੀ ਐਸੇ ਹੋ। ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਅਮਰਣੇ, ਆਪ ਜੀ ਮਰਨ ਤੋਂ ਰਹਿਤ ਹੋ, ਮੌਤ ਤੋਂ ਰਹਿਤ ਹੋ, ਬਲਕਿ ਸਾਰਿਆਂ ਨੂੰ ਆਪ ਜੀ ਮਾਰਨ ਵਾਲੇ ਹੋ। ਅੱਗੇ ਨਮਸਤੰ ਅਮਰਨੇ, ਆਪ ਜੀ ਸਾਰਿਆਂ ਨੂੰ ਅਮਰ ਕਰਨ ਵਾਲੇ ਹੋ, ਅਮਰ ਕਰਦੇ ਹੋ। ਅਤੇ ਨਮਸਤੰ ਅਮਰਨੇ, ਅਮਰ ਨਾਮ ਹੁਕਮ ਦਾ ਵੀ ਹੈ। ਆਪ ਜੀ ਦਾ ਹੁਕਮ ਸਾਰਿਆਂ ਦੇ ਉੱਤੇ ਹੈ, ਸਾਰਿਆਂ 'ਤੇ ਆਪ ਜੀ ਦਾ ਹੁਕਮ ਚੱਲਦਾ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹੈ ਨਾ ਕੋਏ। ਆਪ ਜੀ ਨੂੰ ਮੇਰੀ ਨਮਸਕਾਰ ਹੈ। ਨਮਸਤੰ ਜਰਾਰੰ, ਜਰਾਰੰ, ਜਰ ਆਰੰ,
ਜਰ ਕਹਿੰਦੇ ਨੇ ਬੁਢੇਪੇ ਨੂੰ, ਆਰੰਗ ਕਹਿੰਦੇ ਨੇ ਬੈਰੀ ਨੂੰ। ਜਿਹੜਾ ਬੁਢੇਪੇ ਦਾ ਵੈਰੀ ਹੈ, ਭਾਵ ਬੁਢੇਪਾ, ਸੱਚੇ ਪਾਤਸ਼ਾਹ ਜੀਓ ਆਪ ਜੀ 'ਤੇ ਬੁਢੇਪਾ ਨਹੀਂ ਆਉਂਦਾ, ਨਾ ਆਪ ਜੀ 'ਤੇ ਬਚਪਨ ਆਉਂਦਾ ਹੈ, ਨਾ ਜਵਾਨੀ ਆਉਂਦੀ ਹੈ, ਨਾ ਬੁਢੇਪਾ ਆਉਂਦਾ ਹੈ। ਆਪ ਜੀ ਇਹਨਾਂ ਤੋਂ ਰਹਿਤ ਹੋ। ਨਮਸਤੰ ਜਰਾਰੰ ਜਰ ਆਰੰਗ। ਜੋ ਹਿਰਦਿਆਂ ਵਿੱਚ ਜੋ ਕਾਮ ਕ੍ਰੋਧ ਆਦਿ ਦੇ ਜੋ ਜੰਗਾਲ ਲੱਗੇ ਹੋਏ ਨੇ, ਇਹਨਾਂ ਨੂੰ ਵੀ ਆਰੰਗ, ਇਹਨਾਂ ਦੇ ਬੈਰੀ ਹੋ, ਇਹਨਾਂ ਨੂੰ ਮੇਟਣ ਵਾਲੇ ਹੋ ਸੱਚੇ ਪਾਤਸ਼ਾਹ ਜੀਓ। ਨਮਸਤੰ ਜਰਾਰੰ। ਜਿਵੇਂ ਗੁਰਬਾਣੀ ਕਹਿੰਦੀ ਹੈ, ਨਾ ਉਹ ਬੁੱਢਾ ਨਾ ਉਹ ਬਾਲਾ। ਉਹ ਪਰਮਾਤਮਾ ਨਾ ਹੀ ਬੁੱਢਾ ਹੈ ਨਾ ਹੀ ਬੱਚਾ ਹੈ। ਜਿਵੇਂ ਆਤਮਾ ਦੀ ਪਰਥਾਈ ਵੀ ਕਹਿੰਦੇ ਹੈ, ਨਾ ਉਹ ਬੁੱਢਾ ਨਾ ਉਹ ਬਾਲਾ। ਇਹ ਸੱਚੇ ਪਾਤਸ਼ਾਹ ਜੋ ਬੁਢੇਪੇ ਤੋਂ ਰਹਿਤ ਹੈ, ਬਲਕਿ ਸਾਰਿਆਂ ਦੇ ਹਿਰਦੇ ਵਿੱਚ ਜੋ ਵਿਸ਼ੇ ਵਿਕਾਰਾਂ ਰੂਪੀ ਜੰਗਾਲ ਲੱਗਿਆ ਹੋਇਆ ਹੈ, ਉਸ ਦੇ ਵੀ ਆਪ ਜੀ ਵੈਰੀ ਹੋ, ਮੇਟਣ ਵਾਲੇ ਹੋ। ਜਰਾਰੰ। ਜਰਾਰਦਨ ਦੈਂਤਾਂ ਦਾ ਨਾਮ ਹੈ। ਜਰਾਰਦਨ ਜੋ ਦੈਂਤਾਂ ਦੇ ਵੈਰੀ ਨੇ। ਦੈਂਤਾਂ ਦੇ ਵੈਰੀ ਕੌਣ ਨੇ? ਦੇਵਤੇ। ਸੱਚੇ ਪਾਤਸ਼ਾਹ ਜੀ ਉਹ ਜੋ ਦੈਂਤਾਂ ਦੇ ਵੈਰੀ ਨੇ, ਉਹ ਵੀ ਤੈਨੂੰ ਨਮਸਕਾਰਾਂ ਕਰਦੇ ਨੇ। ਨਮਸਤੰ ਕਰਤਾਰੰ। ਕਿਰਤਾਰੰ। ਆਪ ਜੀ ਕਿਰਿਆ ਤੋਂ ਪਰੇ ਹੋ। ਆਪ ਜੀ ਨੂੰ ਕੋਈ ਕਿਰਿਆ ਨਹੀਂ ਕਰਨੀ ਪੈਂਦੀ। ਕਿਰਤਾਰੰ। ਜਿੰਨਾ ਕੀਤਾ ਹੋਇਆ ਇਹ ਸੰਸਾਰ ਹੈ, ਸਾਰਾ ਆਪ ਜੀ ਨੇ ਹੀ ਬਣਾਇਆ ਹੋਇਆ ਹੈ। ਆਪ ਜੀ ਇਸ ਤੋਂ ਬਣਾ ਕੇ ਵੀ ਇਸ ਤੋਂ ਰਹਿਤ ਹੋ। ਸੰਸਾਰ ਵਿੱਚ ਹੁੰਦੇ ਹੋਏ ਵੀ ਇਸ ਤੋਂ ਰਹਿਤ ਹੋ। ਕਿਰਤਾਰੰ। ਅੰਡਜ ਜੇਰਜ ਉਤਪੁਜਾ ਪ੍ਰਭ ਕੀ ਇਹ ਕ੍ਰਿਤ। ਜੋ ਇਹ ਸਾਰਾ ਕੁਛ ਰਚਿਆ ਹੈ, ਸੰਸਾਰ ਬਣਿਆ ਹੈ, ਇਹ ਪ੍ਰਭੂ ਦੀ ਕੀਤੀ ਹੋਈ ਰਚਨਾ ਹੈ। ਭਾਵ ਕਿ ਸਾਰਿਆਂ ਨੂੰ ਰਚਣ ਵਾਲੇ ਹੋ। ਭਾਵੇਂ ਤਿੰਨੇ ਦੇਵਤੇ ਹੋ ਗਏ ਜਾਂ ਤਿੰਨੇ ਲੋਕ ਹੋ ਗਏ, ਖੰਡ ਬ੍ਰਹਿਮੰਡ ਹੋ ਗਏ, ਸਾਰਾ ਸੰਸਾਰ ਆਪ ਜੀ ਰਚਣ ਵਾਲੇ ਹੋ। ਨਮੋ ਸਰਬ ਧੰਦੇ। ਨਮੋ ਸਰਬ ਧੰਦੇ। ਸਾਰਿਆਂ ਧੰਦਿਆਂ ਵਿੱਚ ਆਪ ਜੀ ਆਏ ਹੋਏ ਹੋ, ਹੁੰਦੇ ਹੋਏ ਵੀ ਸਾਰੇ ਧੰਦਿਆਂ ਤੋਂ ਰਹਿਤ ਹੋ। ਨਮੋ ਸਰਬ ਧੰਦੇ। ਆਪ ਜੀ ਸਾਰੇ ਧੰਦਿਆਂ ਨੂੰ, ਸਾਰੇ ਕੰਮਾਂ ਨੂੰ ਆਪ ਜੀ ਕਰਨ ਵਾਲੇ ਹੋ। ਆਪ ਜੀ ਭਗਤਾਂ ਦੇ ਕਾਰਜ ਕਰਨ ਵਾਲੇ ਹੋ। ਆਪ ਜੀ ਨੂੰ ਨਮਸਕਾਰ ਹੈ। ਨਮੋਸਤ ਅਬੰਦੇ। ਨਮੋਸਤ ਅਬੰਦੇ। ਕਈ ਇਸ ਦਾ ਉਚਾਰਨ ਨਮੋ ਸਤ ਕਰੀ ਜਾਂਦੇ ਨੇ। ਨਹੀਂ, ਨਮੋਸਤ। ਨੰਨਾ ਮੰਮੇ ਨੂੰ ਹੋੜਾ, ਉਸ ਤੋਂ ਬਾਅਦ ਵਿੱਚੋਂ ਐੜਾ ਨਿਕਲ ਜਾਂਦਾ ਹੈ ਅਸਤ। ਐੜਾ ਸੱਸਾ ਤੱਤਾ। ਨਮੋਸਤ। ਨਮੋਸਤ ਅਬੰਦੇ। ਜਿਹੜਾ ਬੰਧਨਾਂ ਤੋਂ ਰਹਿਤ ਹੈ, ਜਿਹੜਾ ਪਰਮਾਤਮਾ ਹੈ ਬੰਧਨਾਂ ਤੋਂ ਰਹਿਤ ਹੈ, ਉਹਨੂੰ ਮੇਰੀ ਨਮਸਕਾਰ ਹੈ। ਨਮੋ ਨਮਸਕਾਰ। ਅਸਤ ਤੋਂ ਭਾਵ ਹੈ ਜਿਹੜਾ ਸਾਰਿਆਂ ਨੂੰ ਬੰਧਨ ਮੁਕਤ ਕਰਨ ਵਾਲਾ ਹੈ। ਐਸੇ ਪਰਮਾਤਮਾ ਨੂੰ ਮੇਰੀ ਨਮਸਕਾਰ ਹੈ। ਨਮਸਤੰ ਨਿਰਸਾਕੇ। ਨਮਸਤੰ ਨਿਰਸਾਕੇ। ਜਿਹੜਾ ਸੋਗ ਤੋਂ ਰਹਿਤ ਹੈ, ਜਿਸ ਨੂੰ ਕੋਈ ਸੋਗ ਨਹੀਂ ਲੱਗਦਾ। ਜਿਵੇਂ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ, ਸਾਰਾ ਸਰਬੰਸ ਗੁਰਾਂ ਨੇ ਵਾਰਿਆ, ਚਾਰੇ ਸਾਹਿਬਜ਼ਾਦੇ ਸ਼ਹੀਦ ਹੋਏ, ਤਾਂ ਭਾਈ ਦਇਆ ਸਿੰਘ ਜੀ ਨੇ ਸੱਚੇ ਪਾਤਸ਼ਾਹ ਜੀਆਂ ਨੂੰ, ਕਲਗੀਧਰ ਪਿਤਾ ਨੂੰ ਪੁੱਛਣਾ ਕੀਤਾ ਕਿ ਸੱਚੇ ਪਾਤਸ਼ਾਹ ਜੀਓ, ਆਪ ਜੀ ਸਾਹਿਬਜ਼ਾਦੇ ਸ਼ਹੀਦ ਹੋਏ, ਪਰ ਆਪ ਜੀ ਦੇ ਚਿਹਰੇ 'ਤੇ ਕੋਈ ਸੋਗ ਨਹੀਂ ਦਿਖਿਆ। ਆਪ ਜੀ ਤਾਂ ਉਸੇ ਤਰ੍ਹਾਂ ਆਨੰਦ ਵਿੱਚ ਹੋ। ਮਹਾਰਾਜ ਨੇ ਕਿਹਾ ਕਿ ਧਰਤੀ 'ਤੇ 4 ਲਕੀਰਾਂ ਖਿੱਚ ਦਿੱਤੀਆਂ। ਕਦੇ ਜੋ ਲਕੀਰਾਂ ਖਿੱਚੀਆਂ ਨੇ, ਹੁਣ ਇਹਨਾਂ ਨੂੰ ਮੇਟ ਦਿੱਤੀਆਂ। ਕਦੇ ਲਕੀਰਾਂ ਖਿੱਚਣ ਨਾਲ ਤੈਨੂੰ ਕੋਈ ਖੁਸ਼ੀ ਹੋਈ? ਕਦੇ ਨਹੀਂ ਸੱਚੇ ਪਾਤਸ਼ਾਹ। ਕਦੇ ਜਦੋਂ ਲਕੀਰਾਂ ਖਿੱਚੀਆਂ ਖੁਸ਼ੀ ਹੋਈ? ਕਹਿੰਦਾ ਜੀ ਨਹੀਂ। ਜਦੋਂ ਲਕੀਰਾਂ ਮੇਟੀਆਂ ਕੋਈ ਗਮੀ ਹੋਈ? ਕਹਿੰਦੇ ਨਹੀਂ ਜੀ। ਕਦੇ ਇਸੇ ਤਰ੍ਹਾਂ ਇਹ ਪਰਮਾਤਮਾ ਦੇ ਹੁਕਮ ਵਿੱਚ ਹੀ ਹੈ। ਅਸੀਂ ਉਸ ਦੇ ਭਾਣੇ ਵਿੱਚ ਚੱਲਦੇ ਹਾਂ। ਜਦੋਂ ਸਾਹਿਬਜ਼ਾਦਿਆਂ ਨੇ ਜਨਮ ਲਿਆ, ਸਾਨੂੰ ਖੁਸ਼ੀ ਵੀ ਨਹੀਂ ਹੋਈ। ਜਦੋਂ ਸ਼ਹੀਦ ਹੋਏ, ਸਾਨੂੰ ਗਮੀ ਵੀ ਨਹੀਂ ਹੋਈ। ਉਹ ਸੋਗ ਤੋਂ ਰਹਿਤ ਹੈ। ਨਮਸਤੰ ਨਿਰਸਾਕੇ। ਉਹ ਸਾਕ ਸੰਬੰਧੀਆਂ ਤੋਂ ਰਹਿਤ ਹੈ।
ਉਹ ਸਾਕਾਂ ਆਦਿਕ ਸੰਬੰਧੀਆਂ ਵਿੱਚ ਵੀ ਨਹੀਂ ਆਉਂਦਾ। ਨਮਸਤੰ ਨਿਰਸਾਕੇ, ਉਹ ਸੁੱਕਣ ਤੋਂ ਰਹਿਤ ਹੈ, ਉਸ ਨੂੰ ਕੋਈ ਸੁਕਾ ਨਹੀਂ ਸਕਦਾ। ਐਸਾ ਜੋ ਪਰਮਾਤਮਾ ਹੈ ਨਮਸਤੰ ਨਿਰਸਾਕੇ, ਉਹ ਸਾਕਾ ਸੰਬੰਧਾਂ ਤੋਂ ਰਹਿਤ ਹੈ। ਰਹਿਤ ਹੁੰਦਾ ਹੋਇਆ ਵੀ ਉਹ ਸਾਰਿਆਂ ਦਾ ਮਾਤਾ ਪਿਤਾ ਹੈ। ਸਾਕਾ ਸੰਬੰਧਾਂ ਵਿੱਚ ਆਉਂਦਾ ਵੀ ਨਹੀਂ ਅਤੇ ਰਹਿਤ ਹੁੰਦਾ ਹੋਇਆ ਵੀ ਸਾਰਿਆਂ ਦਾ ਮਾਤਾ ਪਿਤਾ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਪ ਹੋ ਕੇਹਾ ਕਾੜਾ ਜੀਓ। ਤੂੰ ਮਾਤਾ ਪਿਤਾ ਹੈ। ਸਾਰਿਆਂ ਸਾਕਾ ਸੰਬੰਧਾਂ ਤੋਂ ਰਹਿਤ ਹੁੰਦਾ ਹੋਇਆ ਤੈਨੂੰ ਮੇਰੀ ਨਮਸਕਾਰ ਹੈ। ਨਮਸਤੰ ਨਿਰਵਾਕੇ, ਨਿਰਵਾਕੇ, ਵਾਕੇ ਭਾਵ ਕੇ ਡਰ ਤੋਂ ਰਹਿਤ ਹੈ, ਖੋਫ ਤੋਂ ਰਹਿਤ ਹੈ। ਤੈਨੂੰ ਪਰਮਾਤਮਾ ਕਿਸੇ ਦਾ ਡਰ ਨਹੀਂ ਹੈ। ਨਮਸਤੰ ਨਿਰਵਾਕੇ, ਨਿਰਵਾਕੇ ਕਹਿੰਦੇ ਨੇ ਟੇਢ ਤਾਈ ਤੋਂ ਰਹਿਤ ਹੈ। ਤੇਰੇ ਵਿੱਚ ਕੋਈ ਟੇਢ ਪੁਣਾ ਨਹੀਂ ਹੈ। ਤੂੰ ਅਸਚਰਜ ਹੈ ਸੱਚੇ ਪਾਤਸ਼ਾਹ ਜੀਓ। ਤੂੰ ਸੱਜੇ ਖੱਬੇ ਆਦਿਕ ਤੇਰੇ ਅੰਗ ਨਹੀਂ ਹਨ। ਆਪਾਂ ਕਹਿ ਨਹੀਂ ਸਕਦੇ ਕਿ ਪਰਮਾਤਮਾ ਦੀ ਸੱਜੀ ਬਾਂਹ ਹੈ ਜਾਂ ਪਰਮਾਤਮਾ ਦੀ ਖੱਬੀ ਬਾਂਹ ਹੈ ਜਾਂ ਕੋਈ ਅੰਗ ਹੈ। ਆਪ ਜੀ ਸੱਜੇ ਖੱਬੇ ਤੋਂ ਰਹਿਤ ਹੋ, ਜਾਣ ਤੋਂ ਰਹਿਤ ਹੋ। ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਰਹੀਮੇ, ਰਹੀਮੇ ਜੋ ਸਾਰਿਆਂ 'ਤੇ ਰਹਿਮ ਕਰਨ ਵਾਲਾ ਹੈ, ਐਸੇ ਪਰਮਾਤਮਾ ਨੂੰ ਮੇਰੀ ਨਮਸਕਾਰ ਹੈ। ਨਮਸਤੰ ਕਰੀਮੇ, ਜੋ ਕਰਮ ਬਖਸ਼ੀ ਕਰਨ ਵਾਲਾ ਹੈ, ਕਿਰਪਾ ਕਰਨ ਵਾਲਾ ਹੈ, ਜਿਸ ਨੇ ਕਿਰਪਾ ਕਰਕੇ ਸਾਨੂੰ ਮਨੁੱਖਾ ਦੇ ਬਖਸ਼ੀ ਹੈ, ਜਿਸ ਨੇ ਕਿਰਪਾ ਕਰਕੇ ਕਿਸੇ ਦੇ ਰੋਗ ਕੱਟੇ ਨੇ, ਜਿਸ ਨੇ ਕਿਰਪਾ ਕਰਕੇ ਕਿਸੇ ਨੂੰ ਬ੍ਰਹਮ ਗਿਆਨ ਦਿੱਤਾ ਹੈ, ਐਸਾ ਕਰਮ ਬਖਸ਼ੀ ਉਹ ਕਿਰਪਾ ਕਰਨ ਵਾਲਾ ਪਰਮਾਤਮਾ ਹੈ। ਕਰਮ ਮਿਲੈ ਆਖਣ ਤੇਰਾ ਨਾਉ, ਜਿਨ੍ਹਾਂ 'ਤੇ ਕਿਰਪਾ ਕਰਦਾ ਹੈ ਉਹ ਉਸ ਪਰਮਾਤਮਾ ਦਾ ਆਖਣ ਤੇਰਾ ਨਾਉ ਨਾਮ ਜਪਦੇ ਨੇ। ਆਪਾਂ ਰਹਿਰਾਸ ਸਾਹਿਬ ਵਿੱਚ ਪੜ੍ਹਦੇ ਹਨ, ਆਖਣ ਔਖਾ ਸਾਚਾ ਨਾਉ। ਜਿਹੜਾ ਪਰਮਾਤਮਾ ਦਾ ਨਾਮ ਲੈਣਾ ਹੈ, ਨਾਮ ਜਪਣਾ ਹੈ, ਸੰਸਾਰ ਵਿੱਚ ਸਭ ਤੋਂ ਔਖੀ ਗੱਲ ਇਹੀ ਹੈ। ਆਖਣ ਔਖਾ ਸਾਚਾ ਨਾਉ, ਸੱਚਾ ਨਾਮ ਲੈਣਾ ਹੀ ਔਖਾ ਹੈ। ਉਸ ਪਰਮਾਤਮਾ ਦੀ ਬੰਦਗੀ ਕਰਨੀ ਬਹੁਤ ਔਖੀ ਹੈ। ਪਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਰਥ ਕਰਿਆ ਕਰਦੇ ਨੇ ਅਨਵੈ ਕਰਕੇ, ਆਖਣ ਸਾਚਾ ਔਖਾ ਨਾ ਹੋ, ਕਿ ਸੱਚਾ ਨਾਮ ਲੈਣ ਲੱਗਿਆ ਤੂੰ ਔਖਾ ਨਾ ਹੋ ਭਾਈ। ਉਸ ਪਰਮਾਤਮਾ ਅੱਗੇ ਅਰਦਾਸ ਕਰ ਤਾਂ ਉਹ ਪਰਮਾਤਮਾ ਕਰਮ ਬਖਸ਼ੀ, ਕਿਰਪਾ ਵੀ ਕਰਦੇ ਨੇ। ਐਸਾ ਕਿਰਪਾ ਕਰਨ ਵਾਲਾ ਉਹ ਪਰਮਾਤਮਾ ਪਰਮੇਸ਼ਰ ਹੈ। ਜੇ ਭਾਈ ਨੰਦ ਲਾਲ ਜੀ ਜਿਨ੍ਹਾਂ ਨੇ ਮਹਾਰਾਜ ਦੀ ਉਸਤਤੀ ਲਿਖੀ ਹੈ, ਜਿਨ੍ਹਾਂ ਨੇ ਪ੍ਰੇਮਾ ਭਗਤੀ ਕੀਤੀ ਹੈ, ਜੇ ਉਸ ਨੂੰ ਰਾਜੇ ਨੇ ਮੁਸਲਮਾਨ ਬਣਾਉਣਾ ਚਾਹਿਆ, ਜਦੋਂ ਮਹਾਰਾਜ ਦੀ ਸ਼ਰਨ ਵਿੱਚ ਭਾਈ ਨੰਦ ਲਾਲ ਜੀ ਆਏ ਤਾਂ ਸਤਿਗੁਰਾਂ ਨੇ ਬਿਰਧ ਜਾਣ ਕੇ ਕਿਰਪਾ ਵੀ ਕੀਤੀ ਹੈ। ਆਪਣੇ ਪਾਸ 52 ਕਵੀਆਂ ਵਿੱਚ ਸਥਾਨ ਵੀ ਦਿੱਤਾ ਹੈ। ਹੋਰ ਕਿਹੜੀ ਕਿਹੜੀ ਗੱਲ ਕਰੀਏ, ਪ੍ਰੇਮਾ ਕੋੜੀ ਆਇਆ, ਉਸ 'ਤੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਲੱਖੂ ਧਾੜਵੀਆਂ ਜੈਸੇ ਚੋਰਾਂ ਨੂੰ ਚੋਰੀ ਤੋਂ ਹਟਾ ਕੇ ਕਿਰਪਾ ਕੀਤੀ ਹੈ। ਭਾਈ ਬਿਧੀ ਚੰਦ ਜੈਸਿਆਂ ਨੂੰ ਚੋਰੀ ਤੋਂ ਹਟਾ ਕੇ ਕਿਰਪਾ ਕੀਤੀ ਹੈ। ਕਿੰਨੇ ਸਿੱਖਾਂ 'ਤੇ ਕਿਰਪਾ ਕੀਤੀ ਹੈ, ਆਪਾਂ ਗਿਣ ਨਹੀਂ ਸਕਦੇ। ਉਹ ਕਰਮ ਬਖਸ਼ੀ ਹੈ, ਕਿਰਪਾ ਕਰਨ ਵਾਲਾ ਹੈ। ਹੁਣ ਕਿਰਪਾ ਵੀ ਇਹ 5 ਤਰ੍ਹਾਂ ਦੀ ਹੁੰਦੀ ਹੈ। ਆਪਣੇ ਆਪ 'ਤੇ ਜੀ ਇੱਕ ਤਾਂ ਮਾਤਾ ਪਿਤਾ ਦੀ ਕਿਰਪਾ, ਸਭ ਤੋਂ ਪਹਿਲਾਂ ਪਰਮੇਸ਼ਰ ਦੀ ਕਿਰਪਾ, ਜਿਸ ਦੇ ਨਾਲ ਆਪਾਂ ਧਰਤੀ 'ਤੇ ਆਏ, ਗਰਭ ਵਿੱਚ ਆਏ। ਮਾਤਾ ਪਿਤਾ ਦੀ ਕਿਰਪਾ, ਜਿਸ ਨਾਲ ਅਸੀਂ ਜਨਮ ਲਿਆ। ਫਿਰ ਗੁਰੂ ਦੀ ਵਿੱਦਿਆ, ਗੁਰੂ ਦੀ ਕਿਰਪਾ ਹੁੰਦੀ ਹੈ, ਜੋ ਸਾਨੂੰ ਵਿੱਦਿਆ ਸਿਖਾਉਂਦਾ ਹੈ। ਗੁਰੂ ਦੀ ਵੀ ਕਿਰਪਾ ਹੁੰਦੀ ਹੈ, ਪਰ ਅਖੀਰ ਵਿੱਚ ਜਾ ਕੇ ਆਪਣੇ ਆਪ 'ਤੇ ਕਿਰਪਾ, ਜਿਹੜੀ ਆਪਣੇ ਆਪ 'ਤੇ ਕਿਰਪਾ ਕਰਨੀ ਹੈ ਨਾ, ਕਿ ਹਾਂ ਮੈਂ ਇਸ ਸੰਸਾਰ 'ਤੇ ਆਇਆ ਹਾਂ, ਮੈਨੂੰ ਨਾਮ ਜਪਣਾ ਚਾਹੀਦਾ ਹੈ, ਇਹ ਜੀਵਨ ਸਫਲਾ ਕਰਨਾ ਚਾਹੀਦਾ ਹੈ, ਇਹ ਆਪਣੇ ਆਪ 'ਤੇ ਕਿਰਪਾ ਹੈ। ਇਹ ਕਿਰਪਾ ਕਰਨ ਵਾਲਾ ਵੀ ਉਹ ਪਰਮਾਤਮਾ ਹੈ। ਨਮਸਤੰ ਕਰੀਮੇ, ਜੋ ਕਰਮ ਬਖਸ਼ੀ ਕਰਦਾ ਹੈ। ਕਿਉਂਕਿ ਜਾਪ ਸਾਹਿਬ ਵਿੱਚ ਉਰਦੂ, ਫਾਰਸੀ,
ਬ੍ਰਿਜ ਭਾਸ਼ਾ ਇਤਿਆਦਿਕ ਕਈ ਭਾਸ਼ਾਵਾਂ ਵਰਤੀਆਂ ਨੇ ਸਤਿਗੁਰਾਂ ਨੇ। ਸਤਿਗੁਰਾਂ ਜਿਹਾ ਕੋਈ ਵਿਦਵਾਨ ਵੀ ਨਹੀਂ ਹੈ, ਸਤਿਗੁਰਾਂ ਜਿਹਾ ਕੋਈ ਕਵੀ ਵੀ ਨਹੀਂ ਹੈ। ਜਿਵੇਂ ਇੱਕ ਮੁਸਲਮਾਨ ਕਵੀ ਲਿਖਦਾ ਹੈ ਕਿ ਸੱਚੇ ਪਾਤਸ਼ਾਹ, ਜਦੋਂ ਤੁਸੀਂ ਕਲਮ ਫੜ ਕੇ ਬੈਠਦੇ ਹੋ ਤਾਂ ਆਪ ਜਿਹਾ ਕੋਈ ਕਵੀ ਨਜ਼ਰ ਵੀ ਨਹੀਂ ਆਉਂਦਾ। ਜਦੋਂ ਤੁਹਾਡੇ ਹੱਥ ਵਿੱਚ ਸ਼ਸਤਰ ਹੁੰਦੇ ਨੇ, ਜੰਗ ਦੇ ਮੈਦਾਨ ਵਿੱਚ ਹੁੰਦੇ ਹੋ, ਤਾਂ ਆਪ ਜਿਹਾ ਕੋਈ ਯੋਧਾ ਵੀ ਨਹੀਂ ਦਿਸਦਾ। ਜਦੋਂ ਆਪ ਜੀ ਤਖਤ 'ਤੇ ਬੈਠੇ ਹੁੰਦੇ ਹੋ ਤਾਂ ਆਪ ਜਿਹਾ ਕੋਈ ਪਾਤਸ਼ਾਹ ਬਾਦਸ਼ਾਹ ਵੀ ਨਹੀਂ ਨਜ਼ਰ ਆਉਂਦਾ। ਜਦੋਂ ਮੈਂ ਆਪ ਜੀ ਦੇ ਯੋਧੇ ਵਾਲੇ ਗੁਣ ਲਿਖਣ ਲੱਗਦਾ ਹਾਂ ਤਾਂ ਆਪ ਜੀ ਮੈਨੂੰ ਸ਼ਾਂਤਮਈ ਤਖਤ 'ਤੇ ਬੈਠੇ ਬਾਦਸ਼ਾਹ ਨਜ਼ਰ ਆਉਂਦੇ ਹੋ। ਜਦੋਂ ਕਿਤੇ ਸ਼ਾਂਤਮਈ ਬੈਠਾ ਦੇਖਦਾ ਹਾਂ ਤਾਂ ਆਪ ਜੀ ਮੈਨੂੰ ਯੋਧੇ ਨਜ਼ਰ ਆਉਂਦੇ ਹੋ। ਜਦੋਂ ਮੈਂ ਆਪ ਜੀ ਨੂੰ ਬਾਦਸ਼ਾਹ ਦੇਖਦਾ ਹਾਂ ਤਾਂ ਆਪ ਜੀ ਮੈਨੂੰ ਮੰਗਤੇ ਨਜ਼ਰ ਆਉਂਦੇ ਹੋ ਕਿ ਹੱਥ ਜੋੜ ਕੇ 5 ਪਿਆਰਿਆਂ ਦੇ ਅੱਗੇ ਖੜ੍ਹ ਗਏ ਕਿ ਮੈਨੂੰ ਵੀ ਅੰਮ੍ਰਿਤ ਦੀ ਦਾਤ ਦਿਓ। ਐਸੇ ਸਤਿਗੁਰੂ ਜੀ ਆਪ ਪਰਮੇਸ਼ਰ ਨੇ, ਆਪ ਰੱਬ ਨੇ। ਪਰ ਮਹਾਰਾਜ ਦੀ ਨਿਮਰਤਾ ਦੇਖੋ, ਜੋ ਮੋਹ ਕੋ ਪਰਮੇਸ਼ਰ ਉਚਰਹਿ ਤੇ ਸਭ ਨਰਕ ਕੁੰਡ ਮਹਿ ਪਰ ਹੈ। ਕਹਿੰਦੇ ਜਿਹੜਾ ਮੈਨੂੰ ਪਰਮੇਸ਼ਰ ਉਚਰੇਗਾ ਉਹ ਨਰਕਾਂ ਵਿੱਚ ਪਏਗਾ। ਇਹ ਪਰ ਸਤਿਗੁਰੂ ਜੀ ਸਮਝਾਉਣਾ ਚਾਹੁੰਦੇ ਨੇ। ਸਤਿਗੁਰਾਂ ਨੇ ਜੋ ਦੇਹ ਦੀ ਪੂਜਾ ਹੈ ਉਸ ਨੂੰ ਖੰਡਨ ਕੀਤਾ ਹੈ ਕਿ ਅੱਜ ਤੋਂ ਬਾਅਦ ਸਿਰਫ ਸ਼ਬਦ ਗੁਰੂ ਹੋਣਗੇ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ, ਇਹਨਾਂ ਤੋਂ ਇਲਾਵਾ ਕਿਸੇ ਦੇਹ ਨੂੰ ਗੁਰੂ ਨਹੀਂ ਮੰਨਣਾ। ਐਸੇ ਸਤਿਗੁਰੂ ਜੀ ਕਰੀਮੇ ਨੇ, ਕਿਰਪਾ ਕਰਨ ਵਾਲੇ ਨੇ, ਕਰਮ ਬਖਸ਼ੀ ਨੇ। ਐਸੇ ਸਤਿਗੁਰਾਂ ਨੂੰ ਨਮਸਕਾਰ ਹੈ। ਅਕਾਲ ਪੁਰਖ ਨੂੰ ਨਮਸਤੰ ਅਨੰਤੇ। ਅਨੰਤੇ ਅਨ ਕਹਿੰਦੇ ਨੇ ਦਵੈਤ ਨੂੰ, ਅੰਤੇ ਕਹਿੰਦੇ ਨੇ ਅੰਤ ਕਰਨ ਵਾਲਾ। ਜੋ ਦਵੈਤ ਦਾ ਵੀ ਅੰਤ ਕਰਨ ਵਾਲਾ ਹੈ। ਦਵੈਤ ਨਾਮ ਈਰਖਾ ਦਾ ਵੀ ਹੈ, ਜੋ ਈਰਖਾ ਦਾ ਅੰਤ ਕਰਨ ਵਾਲਾ ਹੈ। ਦਵੈਤ ਹੁੰਦੀ ਹੈ ਕਿ ਦੋ ਚਿਤਾ ਮਨ ਰਹਿਣਾ, ਕਿ ਮੈਂ ਨੌਕਰੀ ਕਰਾਂ ਜਾਂ ਖੇਤੀ ਕਰਾਂ, ਮੈਂ ਇੱਥੇ ਰਹਾਂ ਜਾਂ ਬਾਹਰ ਨੂੰ ਜਾਵਾਂ, ਮੈਂ ਨਾਮ ਜਪਾਂ ਜਾਂ ਇੱਦਾਂ ਦੋ ਚਿਤਾ ਮਨ ਹੁੰਦਾ ਹੈ ਕਿ ਮੈਂ ਪਰਿਵਾਰ ਪਾਲਾਂ ਕਿ ਨਾਮ ਜਪਾਂ, ਦੋ ਚਿਤਾ ਮਨ ਹੁੰਦਾ ਹੈ। ਮਹਾਰਾਜ ਅਨ ਦਵੈਤ, ਅਨ ਕਹਿੰਦੇ ਨੇ ਦਵੈਤ ਨੂੰ, ਅੰਤੇ ਜੋ ਦਵੈਤ ਦਾ ਅੰਤ ਕਰਨ ਵਾਲਾ ਹੈ ਉਹ ਪਰਮਾਤਮਾ ਅਨੰਤੇ, ਅੰਤ ਤੋਂ ਰਹਿਤ ਹੈ, ਉਸ ਦਾ ਕੋਈ ਅੰਤ ਨਹੀਂ ਪਾ ਸਕਦਾ। ਬੇਅੰਤਾ ਬੇਅੰਤ ਗੁਣ ਤੇਰੇ, ਹੇ ਸੱਚੇ ਪਾਤਸ਼ਾਹ ਜੀ ਉਹ ਤੇਰੇ ਬੇਅੰਤ ਗੁਣ ਨੇ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਸੁਆਮੀ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਹੇ ਸੱਚੇ ਪਾਤਸ਼ਾਹ ਜੀ ਉਹ ਪਾਰ ਬ੍ਰਹਮ ਜੋ ਪਰਾ ਰੂਪ ਹੈ, ਜੋ ਉਤਕ੍ਰਿਸ਼ਟ ਹੈ, ਜੋ ਬ੍ਰਹਮ ਰੂਪ ਹੋ ਕੇ ਪਸਰਿਆ ਹੈ, ਤੇਰੇ ਗੁਣ ਬੇਅੰਤ ਨੇ। ਅਸੀਂ ਕਿਵੇਂ ਕਹਿ ਕੇ ਸੁਣਾਈਏ, ਕਿਵੇਂ ਅਸੀਂ ਆਖੀਏ, ਕਿਵੇਂ ਤੇਰੇ ਗੁਣਾਂ ਦਾ, ਤੇਰੇ ਕਰਤੱਬਾਂ ਦਾ, ਤੇਰੇ ਰੂਪ ਰੰਗ ਦਾ ਕਿਵੇਂ ਅਸੀਂ ਅੰਤ ਪਾ ਸਕਦੇ ਹਾਂ। ਤੇਰੀ ਕੁਦਰਤ ਦਾ ਆਪ ਜੀ ਨੂੰ ਨਮਸਕਾਰ ਕਰਨੀ ਹੀ ਬਣਦੀ ਹੈ। ਨਮਸਤੰ ਮਹੰਤੇ। ਮਹੰਤੇ, ਮਹੰਤੇ ਕਹਿੰਦੇ ਨੇ ਵੱਡੇ ਨੂੰ, ਮਹੰਤ ਵੱਡੇ ਨੂੰ ਕਹਿੰਦੇ ਨੇ ਜੋ ਮਹਾਨ ਹੈ। ਨਮਸਤੰ ਮਹੰਤੇ। ਅੱਗੇ ਮਹੀ ਕਹਿੰਦੇ ਨੇ ਪ੍ਰਿਥਵੀ ਨੂੰ, ਧਰਤੀ ਨੂੰ, ਜੋ ਮਹੀ ਜੋ ਪ੍ਰਿਥਵੀ ਦਾ ਵੀ ਨਾਸ਼ ਕਰਨ ਵਾਲਾ ਹੈ, ਅੰਤ ਕਰਨ ਵਾਲਾ ਹੈ। ਐਸੇ ਪਰਮਾਤਮਾ ਨੂੰ ਨਮਸਕਾਰ ਹੈ। ਨਮਸਤਸਤ ਰਾਗੇ। ਨਮਸਤਸਤ ਰਾਗੇ ਜੋ ਸਾਰਿਆਂ ਪਾਸੇ ਜੋ ਰਮਿਆ ਹੋਇਆ ਹੈ, ਜਿਹੜੇ ਸਾਰੇ ਉਸ ਨੂੰ ਪਿਆਰ ਕਰਦੇ ਨੇ। ਨਮਸਤਸਤ ਰਾਗੇ ਐਸੇ ਪਰਮਾਤਮਾ ਨੂੰ ਮੇਰੀ ਨਮਸਕਾਰ ਅਸਤ ਹੈ। ਨਮਸਤੰ ਸੁਹਾਗੇ। ਨਮਸਤੰ ਸੁਹਾਗੇ ਸੋ ਸਾਰਿਆਂ ਦਾ ਪਤੀ ਰੂਪ ਹੈ। ਹੇ ਪਰਮਾਤਮਾ ਤੈਨੂੰ ਮੇਰੀ ਨਮਸਕਾਰ ਹੈ। ਨਮੋ ਸਰਬ ਸੋਖੰ। ਨਮੋ ਸਰਬ ਸੋਖੰ ਜਿਹੜਾ ਸਾਰਿਆਂ ਨੂੰ ਸੋਖਣ ਵਾਲਾ ਹੈ, ਸੁਕਾਉਣ ਵਾਲਾ ਹੈ। ਨਮੋ ਸਰਬ ਸੋਖੰ।
ਭਾਵ ਕਿ ਉਹ ਪੈਦਾ ਕਰਕੇ ਸਿਖਾਉਣ ਵਾਲਾ ਵੀ ਉਹੀ ਹੈ, ਸੋਕਣ ਵਾਲਾ ਵੀ ਉਹੀ ਹੈ, ਨਾਸ਼ ਕਰਨ ਵਾਲਾ ਵੀ ਉਹੀ ਹੈ। ਨਮੋ ਸਰਬ ਸੋਕੰ, ਜਿਹੜਾ ਸਾਰਿਆਂ ਰੋਗਾਂ ਨੂੰ ਸੋਕਣ ਵਾਲਾ ਹੈ, ਸੁਕਾਉਣ ਵਾਲਾ ਹੈ, ਐਸੇ ਪਰਮਾਤਮਾ ਨੂੰ ਮੇਰੀ ਨਮਸਕਾਰ ਹੈ। ਨਮੋ ਸਰਬ ਪੋਖੰ, ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ, ਪੋਖਣ ਭਰਨ ਪੂਰਤੀ ਕਰਨ ਵਾਲਾ ਪਰਮਾਤਮਾ ਹੈ। ਅਕ੍ਰਿਤ ਘੜਾ ਨੂੰ ਪਾਲਦਾ ਪ੍ਰਭੂ ਨਾਨਕ ਸਤਿਬਖਸ਼ਿੰਦ, ਉਹ ਤਾਂ ਸਾਰਿਆਂ ਨੂੰ ਰੋਜ਼ੀ ਦਿੰਦਾ ਹੈ। ਜਿਵੇਂ ਡਿਊਟੀ ਲਾਈ ਸੀ ਮੁਹੰਮਦ ਦੀ ਜਾਂ ਮੰਗੀ ਸੀ ਉਹਨੇ, ਫਿਰ 3-4 ਜਣਿਆਂ ਨੂੰ ਉਹਨੇ ਰੋਜ਼ੀ ਨਹੀਂ ਦਿੱਤੀ। ਇੱਕ ਜੋ ਵਕਾਰ ਭੋਗਦਾ ਸੀ ਸੂਰ ਨੂੰ ਰੋਜ਼ੀ ਨਹੀਂ ਦਿੱਤੀ। ਜਦੋਂ ਪਰਮਾਤਮਾ ਨੇ ਕਿਹਾ ਕਹਿੰਦੇ ਸਾਰਿਆਂ ਨੂੰ ਰੋਜ਼ੀ ਵੰਡ ਆਇਆ, ਕਦੇ ਹਾਂਜੀ, ਕਦੇ ਪੈਰਤਾ ਉਹਨਾਂ 2-3 ਜਣਿਆਂ ਨੂੰ ਰੋਜ਼ੀ ਨਹੀਂ ਦਿੱਤੀ। ਇਸੇ ਤਰ੍ਹਾਂ ਪਰਮਾਤਮਾ ਵਿਤਕਰਾ ਨਹੀਂ ਕਰਦਾ ਕਿਸੇ ਨਾਲ, ਉਹ ਸਾਰਿਆਂ ਨੂੰ ਪੋਖਣ ਵਾਲਾ ਹੈ, ਪਾਲਣਾ ਕਰਨ ਵਾਲਾ ਹੈ, ਭਰਨ ਪੂਰਤੀ ਕਰਨ ਵਾਲਾ ਹੈ। ਉਹ ਐਸਾ ਪਰਮਾਤਮਾ ਹੈ। ਅਕ੍ਰਿਤ ਘੜਾ ਨੂੰ ਪਾਲਦਾ ਪ੍ਰਭੂ ਨਾਨਕ ਸਤਿਬਖਸ਼ਿੰਦ, ਉਹ ਅਕ੍ਰਿਤ ਘੜਾ ਨੂੰ ਵੀ ਪਾਲਣ ਵਾਲਾ ਹੈ। ਐਸੇ ਪਰਮਾਤਮਾ ਨੂੰ ਮੇਰੀ ਨਮਸਕਾਰ ਹੈ। ਨਮੋ ਸਰਬ ਕਰਤਾ, ਸਾਰੀ ਸ੍ਰਿਸ਼ਟੀ ਦਾ ਕਰਨ ਵਾਲਾ ਪਰਮਾਤਮਾ ਹੈ। ਕਰਤਾ ਜੋ ਬ੍ਰਹਮਾ, ਜਿਸ ਨੂੰ ਸ੍ਰਿਸ਼ਟੀ ਸਾਜਣ ਦੇ ਕੰਮ ਲਾਇਆ ਹੈ, ਉਸ ਨੂੰ ਕਰਨ ਵਾਲਾ ਵੀ ਪਰਮਾਤਮਾ ਆਪ ਹੈ। ਕਰਤਾ ਜੋ ਤਿੰਨੇ ਦੇਵਤੇ ਇਹ ਬਣਾਏ ਨੇ, ਬ੍ਰਹਮਾ ਵਿਸ਼ਨੂੰ ਮਹੇਸ਼, ਇਹਨਾਂ ਤਿੰਨਾਂ ਦੇਵਤਿਆਂ ਦਾ ਵੀ ਕਰਨ ਵਾਲਾ, ਰਚਣ ਵਾਲਾ ਪਰਮਾਤਮਾ ਆਪ ਹੈ। ਐਸੇ ਪਰਮਾਤਮਾ ਨੂੰ ਮੇਰੀ ਨਮਸਕਾਰ ਹੈ। ਸੰਸਾਰ ਦੇ ਰਚਣ ਵਾਲਾ ਵੀ ਆਪ ਹੈ। ਕਰਤਾ ਜਿਸ ਦੇ ਹੱਥ ਵਿੱਚ ਜੀਵਾਂ ਦੀ ਜੰਮਣ ਰੂਪੀ ਤਾਰ ਹੈ, ਮਰਨ ਰੂਪੀ ਤਾਰ ਹੈ, ਉਸ ਪਰਮਾਤਮਾ ਨੂੰ ਨਮਸਕਾਰ ਹੈ। ਐਸੇ ਕਰਤੇ ਨੂੰ ਨਮੋ ਸਰਬ ਹਰਤਾ, ਸਾਰਿਆਂ ਨੂੰ ਲੈ ਕਰਨ ਵਾਲਾ, ਨਾਸ਼ ਕਰਨ ਵਾਲਾ ਵੀ ਪਰਮਾਤਮਾ ਹੈ। ਹਰਤਾ ਕਿਤੇ ਆਪ ਸ਼ਿਵ ਜੀ ਰੂਪ ਹੋ ਕੇ ਕਿਸੇ ਨੂੰ ਲੈ ਕਰਦੇ ਹੋ, ਨਾਸ਼ ਕਰਦੇ ਹੋ। ਹਰਤਾ ਜੋ ਬ੍ਰਹਮਾ ਸ਼ਿਵ ਜੀ ਆਦਿਕ ਨੇ, ਇਹਨਾਂ ਨੂੰ ਵੀ ਹਰਨ ਵਾਲਾ, ਨਾਸ਼ ਕਰਨ ਵਾਲਾ ਪਰਮਾਤਮਾ ਆਪ ਹੈ। ਨਮੋ ਸਰਬ ਹਰਤਾ, ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਵੀ ਪਰਮਾਤਮਾ ਆਪ ਹੈ। ਨਮੋ ਸਰਬ ਹਰਤਾ, ਹਰਤਾ ਕਹਿੰਦੇ ਨੇ ਸਾਡੇ ਮਨਾਂ ਨੂੰ ਹਰਨ ਵਾਲਾ ਵੀ ਪਰਮਾਤਮਾ ਆਪ ਹੈ। ਸਾਡੇ ਵਿਕਾਰਾਂ ਨੂੰ ਹਰਨ ਵਾਲਾ ਵੀ, ਦੂਰ ਕਰਨ ਵਾਲਾ ਵੀ ਪਰਮਾਤਮਾ ਆਪ ਹੈ। ਐਸੇ ਤਰ੍ਹਾਂ ਸਾਡੇ ਰੋਗਾਂ ਨੂੰ, ਦੁੱਖਾਂ ਨੂੰ ਖੰਡਣ ਵਾਲਾ, ਹਰਨ ਵਾਲਾ ਪਰਮਾਤਮਾ ਆਪ ਹੈ। ਆਪ ਜੀ ਨੂੰ ਨਮਸਕਾਰ ਹੈ। ਨਮੋ ਜੋਗ ਜੋਗੇ, ਉਹ ਆਪ ਜੁੜਿਆ ਹੋਇਆ ਹੈ। ਨਮੋ ਜੋਗ ਜੋਗੇ, ਕਿਤੇ ਜੋਗਾਂ ਵਿੱਚ ਜੁੜਿਆ ਹੈ। ਐਸੇ ਪਰਮਾਤਮਾ ਨੂੰ ਨਮਸਕਾਰ ਹੈ। ਨਮੋ ਭੋਗ ਭੋਗੇ, ਨਮੋ ਭੋਗ ਭੋਗੇ, ਸਾਰਿਆਂ ਭੋਗਾਂ ਨੂੰ ਭੋਗਣ ਵਾਲਾ ਪਰਮਾਤਮਾ ਆਪ ਹੈ। ਨਮੋ ਭੋਗ ਭੋਗੇ, ਭੋਗਾਂ ਦਾ ਵੀ ਭੋਗ ਪਾਉਣ ਵਾਲਾ, ਅੰਤ ਕਰਨ ਵਾਲਾ ਪਰਮਾਤਮਾ ਆਪ ਹੈ। ਨਮੋ ਭੋਗ ਭੋਗੇ, ਜਿਹੜਾ ਸ਼ਰਧਾ ਨਾਲ ਤੁਹਾਨੂੰ ਭੋਗ ਲਵਾਉਂਦਾ ਹੈ ਧੰਨੇ ਵਾਂਗ, ਤਾਂ ਉਸ ਨੂੰ ਭੋਗ ਲਾਉਂਦੇ ਵੀ ਹੋ, ਭੋਗ ਲਾਉਣ ਵਾਲਾ ਵੀ ਹੈ। ਜਿਵੇਂ ਭਗਤ ਧੰਨਾ ਜੀ ਨੇ ਜਦੋਂ ਭਗਤ ਤਰਲੋਚਨ ਨੂੰ ਜਦੋਂ ਕਿਹਾ ਕਿ ਮੈਨੂੰ ਵੀ ਠਾਕਰ ਦਿਓ, ਮੈਂ ਵੀ ਪੂਜਾ ਕਰਿਆ ਕਰਾਂਗਾ, ਕਦਾ ਮੈਨੂੰ ਸਾਵੀ ਗਊ ਦੇ ਦੇ ਵੀ ਤੂੰ ਠਾਕੁਰ ਲੈ ਜਾ। ਕਦਾ ਜੀ ਕਿੱਥੇ ਆਪ ਜੀ ਗਊ ਦੀ ਸੇਵਾ ਕਰਦੇ ਫਿਰੋਗੇ, ਮੈਂ ਜਿੰਨਾ ਵੀ ਦੁੱਧ ਹੋਇਆ ਕਰੇਗਾ ਮੈਂ ਆਪ ਜੀ ਨੂੰ ਪੁਜਾ ਦਿਆ ਕਰਾਂਗਾ। ਠਾਕੁਰ ਦੇ ਤੇ ਆ ਦੱਸਦਾ ਕਿ ਇਸ ਤਰ੍ਹਾਂ ਭੋਗ ਲਵਾਉਣਾ ਹੈ, ਇਹਨੂੰ ਛਕਾਏ ਬਿਨਾਂ ਆਪ ਨਹੀਂ ਛਕਣਾ, ਪਹਿਲੇ ਭੋਗ ਲਵਾਉਣਾ ਹੈ ਫਿਰ ਆਪ ਛਕਣਾ ਹੈ। ਜਦੋਂ ਠਾਕੁਰ ਦਿੱਤਾ ਭਗਤ ਧੰਨਾ ਜੀ ਨੂੰ ਘਰ ਜਾ ਕੇ ਬਿਰਾਜਮਾਨ ਕੀਤਾ ਠਾਕੁਰ। ਹੁਣ ਹੈ ਤਾਂ ਪੱਥਰ ਸੀ, ਪਰ ਭਗਤ ਧੰਨੇ ਦੀ ਸ਼ਰਧਾ ਸੀ। ਠਾਕੁਰ ਦਾ ਅਰਥ ਹੈ ਜੋ ਉਤਪਤੀ ਲੈਤਾ ਪਾਲਣਾ ਕਰਨ ਵਾਲਾ ਹੈ, ਜੋ ਸਥਿਤੀ ਕਰਨ ਵਾਲਾ ਹੈ, ਉਹ ਠਾਕੁਰ ਹੈ।
ਉਸ ਠਾਕੁਰ ਪਰਮੇਸ਼ਰ ਨੂੰ ਭਗਤ ਧੰਨਾ ਜੀ ਨੇ ਧਿਆਉਣਾ ਕੀਤਾ ਹੈ। ਕਿਉਂਕਿ ਘਟ ਘਟ ਮੈਂ ਹਰ ਜੂ ਵਸੈ। ਹੁਣ ਇੱਥੇ ਪੱਥਰ ਪੂਜਾ ਨਹੀਂ ਕਰਨੀ ਕਿ ਭਗਤ ਧੰਨਾ ਜੀ ਨੇ ਪੱਥਰ ਨੂੰ ਪੂਜਿਆ ਹੈ, ਨਹੀਂ। ਭਗਤ ਧੰਨਾ ਜੀ ਦੀ ਸ਼ਰਧਾ ਨੇ ਉਹਨਾਂ ਨੂੰ ਤਾਰਿਆ ਹੈ। ਹੁਣ ਕਈ ਕਹਿਣਗੇ ਸਾਡੀ ਵੀ ਸ਼ਰਧਾ ਹੈ ਜੀ ਮੂਰਤੀ 'ਤੇ ਜਾਂ ਪੱਥਰ 'ਤੇ। ਉਹ ਜੋ ਠਾਕੁਰ ਉਤਪਤੀ ਲੈਤਾ ਪਾਲਣਾ ਕਰਨ ਵਾਲਾ ਵਿਆਪਕ ਪਰਮੇਸ਼ਰ ਹੈ, ਉਸ ਨੂੰ ਭਗਤ ਜੀ ਨੇ ਪੂਜਿਆ ਹੈ। ਜਦੋਂ ਥਾਲੀ ਪ੍ਰਸ਼ਾਦੇ ਦੀ ਪਰੋਸ ਕੇ ਸਾਹਮਣੇ ਰੱਖੀ, 3 ਦਿਨ ਹੋ ਗਏ ਬੈਠਿਆਂ ਨੂੰ, ਬੇਨਤੀਆਂ ਕਰਦਿਆਂ ਨੂੰ ਕਿ ਮਹਾਰਾਜ ਭੋਗ ਲਵਾਓ, ਭੋਗ ਲਵਾਓ। 3 ਦਿਨ ਆਪ ਵੀ ਨਹੀਂ ਛਕਿਆ। ਜਦੋਂ ਤੀਜੇ ਦਿਨ ਥੋੜ੍ਹਾ ਜਿਹਾ ਹੱਥ ਜਿਹਾ ਬਾਹਰ ਨੂੰ ਕੱਢਿਆ ਅਤੇ ਪ੍ਰਸ਼ਾਦੇ ਨੂੰ ਹੱਥ ਪਾਉਣ ਲੱਗੇ ਤਾਂ ਭਗਤ ਧੰਨਾ ਜੀ ਕਹਿੰਦੇ ਇੱਦਾਂ ਗੱਲ ਨਹੀਂ ਬਣਨੀ। ਮੇਰੇ ਸਾਹਮਣੇ ਪ੍ਰਤੱਖ ਬੈਠ ਕੇ ਛਕੋ। ਇਸੇ ਤਰ੍ਹਾਂ ਮਹਾਰਾਜ ਨੂੰ ਸ਼ਰਧਾ ਨਾਲ ਸਾਹਮਣੇ ਪ੍ਰਤੱਖ ਬਿਠਾ ਕੇ ਭੋਜਨ ਛਕਾਇਆ। ਮਹਾਰਾਜ ਸੱਚੇ ਪਾਤਸ਼ਾਹ ਜੀ, ਉਹ ਜੇ ਆਪ ਜੀ ਨੂੰ ਕੋਈ ਸ਼ਰਧਾ ਨਾਲ ਭੋਗ ਵੀ ਲਵਾਉਂਦਾ ਹੈ ਤਾਂ ਆਪ ਜੀ ਭੋਗ ਵੀ ਲਾਉਂਦੇ ਹੋ। ਨਮੋ ਭੋਗ ਭੋਗੇ। ਜਿਹੜੇ ਜੀਵ ਵਿਕਾਰਾਂ ਦੇ ਭੋਗ ਭੋਗਦੇ ਨੇ, ਭੋਗਾਂ ਵਿੱਚ ਲੱਗੇ ਨੇ, ਪਦਾਰਥਾਂ ਵਿੱਚ ਲੱਗੇ ਨੇ, ਉਹਨਾਂ ਦਾ ਭੋਗ ਪਾਉਣ ਵਾਲੇ ਵੀ ਆਪ ਜੀ ਹੋ। ਆਪ ਜੀ ਸਾਰੇ ਰਾਜਾ ਰੂਪ ਹੋ ਕੇ ਆਪ ਜੀ ਸਾਰੇ ਭੋਗਾਂ ਨੂੰ ਭੋਗਣ ਵਾਲੇ ਹੋ। ਆਪ ਜਾਈ ਨਮਸਕਾਰ ਹੈ। ਨਮੋ ਸਰਬ ਦਿਆਲੇ। ਹੇ ਸਾਰਿਆਂ 'ਤੇ ਦਿਆਲਤਾ ਕਰਨ ਵਾਲੇ, ਦਇਆ ਦੇ ਆਲੇ ਘਰ, ਤੈਨੂੰ ਮੇਰੀ ਨਮਸਕਾਰ ਹੈ। ਨਮੋ ਸਰਬ ਪਾਲੇ। ਸਾਰਿਆਂ ਦੀ ਪਾਲਣਾ ਕਰਨ ਵਾਲੇ, ਤੇਰੇ ਤਾਈਂ ਮੇਰੀ ਨਮਸਕਾਰ ਹੈ। ਚਾਤਰੀ ਛੰਦ ਤੁਐ ਪ੍ਰਸਾਦ। ਚਾਚਰੀ, ਚਾਚਰੀ ਦਾ ਅਰਥ ਹੁੰਦਾ ਹੈ ਕਿਰਪਾਨ, ਜੋ ਕੱਟਣ ਵਾਲੀ ਕਿਰਪਾਨ ਹੁੰਦੀ ਹੈ, ਜਾਂ ਜਿਵੇਂ ਹੋਲੀ ਖੇਡੀ ਹੈ। ਚਾਚਰੀ ਦਾ ਅਰਥ ਹੁੰਦਾ ਹੈ ਕਿਰਪਾਨ। ਚਾਚਰੀ ਦਾ ਅਰਥ ਹੁੰਦਾ ਹੈ ਬਿਜਲੀ ਜਾਂ ਕਿਰਪਾਨ, ਜਾਂ ਜਿਵੇਂ ਹੋਲੀ ਖੇਡੀ ਦੀ ਹੈ। ਇਸੇ ਤਰ੍ਹਾਂ ਇਹ ਛੰਦ ਦੀ ਚਾਲ ਹੈ, ਚੰਚਲ ਛੰਦ ਦੀ ਇਹ ਚਾਲ ਹੈ। ਇਹ ਚਾਚਰੀ ਛੰਦ, ਇਹ 22 ਪ੍ਰਕਾਰ ਦਾ ਛੰਦ ਭਾਈ ਨਿਹਾਲ ਸਿੰਘ ਹੋਏ ਨੇ, ਜਿਨ੍ਹਾਂ ਨੇ ਚੰਦਰ ਕਲਾ ਟੀਕਾ ਲਿਖਿਆ ਹੈ। ਉਹ ਐਡਾ ਭਾਰਾ ਜਾਪ ਸਾਹਿਬ ਦਾ ਟੀਕਾ ਲਿਖਿਆ ਉਹਨਾਂ ਨੇ ਕਿ ਉਸਦੇ 1200 ਅੰਗ ਨੇ। ਜਿਵੇਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਵੇਂ ਬਾਹਰੀ ਤੌਰ 'ਤੇ ਆਪਾਂ ਆਕਾਰ ਦੇਖਦੇ ਹਨ, ਐਡਾ ਆਕਾਰ ਉਸ ਗ੍ਰੰਥ ਦਾ ਹੈ। ਚੰਦਰ ਕਲਾ ਗ੍ਰੰਥ ਹੈ, ਭਾਈ ਨਿਹਾਲ ਸਿੰਘ ਦਾ ਲਿਖਿਆ ਹੋਇਆ ਜਾਪ ਸਾਹਿਬ ਦਾ ਟੀਕਾ। ਉਹਦੇ ਵਿੱਚ ਉਹਨਾਂ ਨੇ 22 ਪ੍ਰਕਾਰ ਦਾ ਇਹ ਛੰਦ ਲਿਖਿਆ ਹੈ, ਚਾਚਰੀ ਛੰਦ, ਕਿ 22 ਪ੍ਰਕਾਰ ਦਾ ਹੈ। ਹੁਣ ਚਾਚਰੀ ਛੰਦ ਕਲਗੀਧਰ ਪਿਤਾ ਕਹਿੰਦੇ, ਚਾਚਰੀ ਛੰਦ ਤਵ ਪ੍ਰਸਾਦ, ਤੇਰੀ ਕਿਰਪਾ ਸੇ ਮੈਂ ਉਚਾਰਨ ਕਰਦਾ ਹਾਂ। ਹੁਣ ਜਿੰਨੇ ਵੀ ਆਪਾਂ ਅੱਗੇ ਦੇਖਾਂਗੇ ਨਾਮ, ਭਗਵਤੀ ਛੰਦ, ਤਵ ਪ੍ਰਸਾਦ, ਮਦ ਭਰ ਛੰਦ, ਸਾਰਿਆਂ ਦੇ ਨਾਲ ਮਹਾਰਾਜ ਨੇ ਤਖੱਲਸ ਲਾਇਆ ਹੈ। ਤਵ ਪ੍ਰਸਾਦ ਵੀ ਸੱਚੇ ਪਾਤਸ਼ਾਹ ਜਿਹੜਾ ਵੀ ਛੰਦ ਮੈਂ ਲਿਖਣ ਲੱਗਿਆ ਹਾਂ, ਉਹ ਤੇਰੀ ਕਿਰਪਾ ਨਾਲ ਲਿਖਣ ਲੱਗਿਆ ਹਾਂ। ਤਵ ਪ੍ਰਸਾਦ, ਤੇਰੀ ਕਿਰਪਾ ਸੇ ਚਾਚਰੀ ਛੰਦ ਲਿਖਣ ਲੱਗਿਆ ਹਾਂ। ਅਰੂਪ ਹੈ। ਮਹਾਰਾਜ ਅਰੂਪ ਹੈ। ਹੁਣ ਦੇਖੋ, ਹਰੇਕ ਭਾਸ਼ਾਵਾਂ ਵਿੱਚੋਂ ਮਹਾਰਾਜ ਨੇ ਸ਼ਬਦ ਵਰਤੇ ਨੇ ਅਤੇ ਹਰੇਕ ਸ਼ਬਦ ਦੇ ਅਰਥ ਵੱਖਰੇ ਵੱਖਰੇ ਨੇ। ਅਰੂਪ ਹੈ। ਮਹਾਰਾਜ ਜੀ ਆਪ ਜੀ ਸਾਹਮਣੇ ਹੋ, ਸਨਮੁਖ ਹੋ, ਆਪ ਜੀ ਆਪਣਾ ਸਰੂਪ ਕਥਨ ਕਰਦੇ ਹੋ। ਅਰੂਪ ਹੈ। ਆਪ ਜੀ ਰੂਪ ਰੰਗਾਂ ਤੋਂ ਰਹਿਤ ਹੋ। ਅਨੂਪ ਹੈ। ਅਨਊਪ, ਅਨ ਰਹਿਤ ਹੋ, ਊਪ ਉਪਮਾ ਤੋਂ ਰਹਿਤ ਹੋ। ਆਪ ਜੀ ਦੀ ਕੋਈ ਉਪਮਾ ਨਹੀਂ ਕਰ ਸਕਦਾ। ਆਪ ਜੀ ਅਸਚਰਜ ਹੋ। ਅਜੂ ਹੈ। ਅਜੂ ਹੈ, ਜੰਮਣ ਤੋਂ ਰਹਿਤ ਹੈ। ਜੂ ਕਹਿੰਦੇ ਨੇ, ਜਿਵੇਂ ਆਪਾਂ ਕਹਿੰਦੇ ਨੇ ਪਿੰਡ ਦੀ ਜੂ, ਆਪ ਜੀ ਹੱਦ ਤੋਂ ਰਹਿਤ ਹੋ। ਅਜੂ, ਆਪ ਜੀ ਜੂਨਾਂ ਵਿੱਚ ਆਉਣ ਤੋਂ ਰਹਿਤ ਹੋ। ਆਪ ਜੀ ਜੂਨਾਂ ਵਿੱਚ ਨਹੀਂ ਆਉਂਦੇ, ਭਾਵ ਕਿ ਜੰਮ ਕੇ ਜੂਨਾਂ ਵਿੱਚ ਨਹੀਂ ਹੁੰਦੇ। ਅਜੂ ਹੈ। ਆਪ ਜੀ ਹੱਦ ਤੋਂ ਰਹਿਤ ਹੋ। ਆਪ ਜੀ ਦਾ ਕੋਈ ਹੱਦ ਬੰਨਾ ਨਹੀਂ ਹੈ। ਅਭੂ ਹੈ। ਅਭੂ ਹੈ।
ਭੂ ਕਹਿੰਦੇ ਨੇ ਪ੍ਰਿਥਵੀ ਨੂੰ। ਆਪ ਜੀ ਪ੍ਰਿਥਵੀ ਦੇ ਕਾਰਜ ਤੱਤਾਂ ਤੋਂ ਰਹਿਤ ਹੋ, ਭਾਵ ਕਿ ਜੋ ਪੰਜ ਤੱਤ ਨੇ ਜਾਂ ਪ੍ਰਿਥਵੀ, ਆਕਾਸ਼ ਇਤਿਆਦਿਕ, ਇਹਨਾਂ ਤੱਤਾਂ ਤੋਂ ਆਪ ਜੀ ਰਹਿਤ ਹੋ। ਆਪ ਜੀ ਭੈ ਤੋਂ ਰਹਿਤ ਹੋ, ਆਪ ਜੀ ਅਭੂ ਹੋ। ਆਪ ਜੀ ਪ੍ਰਿਥਵੀ ਦੇ ਕਾਰਜ ਤੱਤਾਂ ਤੋਂ ਰਹਿਤ ਹੋ, ਅਲੇਖ ਹੈ। ਆਪ ਜੀ ਲੇਖਿਆਂ ਤੋਂ ਰਹਿਤ ਹੋ, ਭਾਵ ਕਿ ਅਲੇਖ। ਆ ਕਰਕੇ ਸਾਰੇ ਲੇਖਾਂ ਵਿੱਚ ਆਪ ਜੀ ਆਏ ਹੋਏ ਹੋ। ਅਲੇਖ ਹੈ। ਅਲ ਕਹਿੰਦੇ ਨੇ ਪੂਰਨ ਨੂੰ, ਖੈ ਕਹਿੰਦੇ ਨੇ ਆਕਾਸ਼ ਨੂੰ। ਆਪ ਜੀ ਸਾਰੇ ਤਾਈਂ ਸਾਰੀ ਜਗ੍ਹਾ ਵਿੱਚ ਆਕਾਸ਼ ਦੀ ਨਿਆਈ ਪੂਰਨ ਹੋ। ਅਭੇਖ ਹੈ। ਆਪ ਜੀ ਭੇਖਾਂ ਤੋਂ ਰਹਿਤ ਹੋ, ਕਿਸੇ ਭੇਖ ਵਿੱਚ ਨਹੀਂ ਆਉਂਦੇ ਜਾਂ ਕੰਠੀ ਮਾਲਾ ਆਦਿਕ ਨਹੀਂ ਪਾਉਂਦੇ, ਸਵਾ ਨਹੀਂ ਸਰੀਰ ਨੂੰ ਮਾਲਦੇ, ਭੇਖਾਂ ਤੋਂ ਰਹਿਤ ਹੋ। ਨਾਮ ਹੈ। ਆਪ ਜੀ ਦਾ ਕੋਈ ਨਾਮ ਨਹੀਂ ਹੈ, ਆਪ ਜੀ ਨਾਮ ਤੋਂ ਰਹਿਤ ਹੋ। ਅਨ ਆਮ, ਆਪ ਜੀ ਰੋਗਾਂ ਤੋਂ ਰਹਿਤ ਹੋ। ਤੇ ਅਨਾਮ, ਸਾਰੇ ਨਾਮਾਂ ਵਿੱਚ ਵੀ ਆਪ ਜੀ ਆਏ ਹੋਏ ਹੋ। ਅਕਾਮ ਹੈ। ਆਪ ਜੀ ਕਾਮਨਾਵਾਂ ਤੋਂ ਰਹਿਤ ਹੋ। ਆਪ ਜੀ ਨੂੰ ਕੋਈ ਕਾਮ ਆਦਿਕ ਵਿਸ਼ੇ ਨਹੀਂ ਪਾਉਂਦਾ। ਆਪ ਜੀ ਅਕਾਮ ਹੋ। ਸਾਰਿਆਂ ਦੇ ਕਾਮਨਾ ਪੂਰਨ ਕਰਨ ਵਾਲੇ ਵੀ ਆਪ ਜੀ ਹੋ। ਅਤੀ ਹੈ। ਆਪ ਜੀ ਸਾਰਿਆਂ ਦਾ ਆਸਰਾ ਰੂਪ ਹੋ, ਸਾਰਿਆਂ ਨੂੰ ਆਸਰਾ ਦੇਣ ਵਾਲੇ ਹੋ। ਅਤੇ ਹੈ। ਆਪ ਜੀ ਨਿਰਆਸਰੇ ਹੋ। ਅਤੇ ਤੇ ਕਹਿੰਦੇ ਨੇ ਆਸਰੇ ਨੂੰ, ਮੂਹਰੇ ਐੜਾ ਲੱਗ ਗਿਆ ਤਾਂ ਆਸਰੇ ਤੋਂ ਰਹਿਤ। ਆਪ ਜੀ ਨੂੰ ਕਿਸੇ ਦਾ ਆਸਰਾ ਨਹੀਂ ਤੱਕਣਾ ਪੈਂਦਾ। ਅਤੇ ਹੈ। ਆਪ ਜੀ ਆਸਰੇ ਤੋਂ ਰਹਿਤ ਹੋ, ਬਲਕਿ ਸਾਰਿਆਂ ਨੂੰ ਆਸਰਾ ਦੇਣ ਵਾਲੇ ਹੋ। ਅਭੇ ਹੈ। ਅਭੇ ਹੈ। ਭੈ ਤੋਂ ਰਹਿਤ ਹੋ। ਅਜੀਤ ਹੈ। ਆਪ ਜੀ ਜਿੱਤਣ ਤੋਂ ਰਹਿਤ ਹੋ। ਆਪ ਜੀ ਨੂੰ ਕੋਈ ਜਿੱਤ ਨਹੀਂ ਸਕਦਾ। ਕੋਈ ਬਲ ਕਰਕੇ, ਕੋਈ ਸ਼ਕਤੀਆਂ ਕਰਕੇ, ਰਿੱਧੀ ਸਿੱਧੀਆਂ ਕਰਕੇ ਆਪ ਜੀ ਨੂੰ ਕੋਈ ਜਿੱਤ ਨਹੀਂ ਸਕਦਾ। ਆਪ ਜੀ ਅਜਿੱਤ ਹੋ। ਅਭੀਤ ਹੈ। ਅਭੀਤ, ਭੀਤ ਕਹਿੰਦੇ ਨੇ ਕੰਧ ਨੂੰ। ਕੰਧ ਜਿਵੇਂ ਜੜ ਹੁੰਦੀ ਹੈ, ਆਪ ਜੀ ਜੜ ਤਾਈ ਤੋਂ ਰਹਿਤ ਹੋ। ਭੀਤ ਕਹਿੰਦੇ ਨੇ ਸਰੀਰ ਨੂੰ। ਆਪ ਜੀ ਸਰੀਰਾਂ ਤੋਂ, ਦੇਹਾਂ ਤੋਂ ਰਹਿਤ ਹੋ। ਆਪ ਜੀ ਕਲੰਕ ਤੋਂ ਰਹਿਤ ਹੋ। ਨਿਰਮਾਨ ਹੈ। ਨਿਰਮਾਨ ਹੈ। ਤਿੰਨੇ ਜੋ ਦੇਵਤੇ ਨੇ, ਬ੍ਰਹਮਾ, ਵਿਸ਼ਨੂੰ, ਮਹੇਸ਼ ਇਤਿਆਦਿਕ, ਆਪ ਜੀ ਇਹਨਾਂ ਨੂੰ ਮਾਣ ਦੇਣ ਵਾਲੇ ਹੋ। ਆਪ ਜੀ ਨੂੰ ਇਹ ਤਿੰਨੇ ਜਣੇ ਮੰਨਦੇ ਨੇ। ਤਿਰਮਾਨ ਹੈ। ਜੋ ਤਿੰਨੇ ਨੇ, ਪਾਰਵਤੀ, ਲక్ష్ਮੀ ਅਤੇ ਸਰਸਤੀ, ਆਪ ਜੀ ਇਹਨਾਂ ਨੂੰ ਵੀ ਮਾਣ ਦੇਣ ਵਾਲੇ ਹੋ। ਤਿੰਨਾਂ ਲੋਕਾਂ ਵਿੱਚ ਆਪ ਜੀ ਦਾ ਮਾਣ ਹੈ। ਤਿੰਨਾਂ ਲੋਕਾਂ ਨੂੰ ਆਪ ਮਾਣ ਦੇਣ ਵਾਲੇ ਹੋ। ਤਿੰਨੇ ਲੋਕ ਆਪ ਜੀ ਨੂੰ ਮੰਨਦੇ ਹਨ। ਤਿਰਮਾਨ ਹੈ। ਸਾਰਾ ਸੰਸਾਰ, ਆਕਾਸ਼, ਧਰਤੀ, ਪਤਾਲ, ਇਹ ਤਿੰਨੇ ਲੋਕ ਆਪ ਜੀ ਨੂੰ ਮੰਨਦੇ ਹੋ। ਆਪ ਜੀ ਸਾਰਿਆਂ ਨੂੰ ਮਾਣ ਦੇਣ ਵਾਲੇ ਹੋ। ਜੋ ਬ੍ਰਹਮਾ, ਵਿਸ਼ਨੂੰ, ਮਹੇਸ਼, ਇਹ ਵੀ ਆਪ ਜੀ ਤੋਂ ਮਾਣ ਪ੍ਰਾਪਤ ਕਰਦੇ ਹਨ। ਨਿਧਾਨ ਹੈ। ਆਪ ਜੀ ਨਿਧੀਆਂ ਦਾ ਖਜ਼ਾਨਾ ਹੋ। ਨਿਧਾਨ ਹੈ। ਆਪ ਜੀ ਅੰਤ ਕਰਨ ਵਾਲੇ ਹੋ। ਨਿਧਾਨ ਹੈ। ਨਿਧ ਆਨ, ਨਿਧੀਆਂ ਦਾ ਘਰ, ਨਿਧੀਆਂ ਦਾ ਖਜ਼ਾਨਾ। ਆਪ ਜੀ ਸੱਚੇ ਪਾਤਸ਼ਾਹ ਹੋ। ਵਰਗ ਹੈ। ਤਿਰਵਰਗ ਹੈ। ਤ੍ਰਿਗੁਣ ਰੂਪ ਹੈ। ਤਿੰਨਾਂ ਰੰਗਾਂ ਵਿੱਚ ਆਪ ਜੀ ਆਏ ਹੋਏ ਹੋ। ਰਾਜਸੀ, ਤਾਮਸੀ, ਸਾਂਤਕੀ ਇਤਿਆਦਿਕ, ਇਹ ਤਿੰਨ ਰੰਗ ਨੇ। ਤਿਰਵਰਗ ਹੈ। ਇਹਨਾਂ ਵਿੱਚ ਆਪ ਜੀ ਹੋ। ਅਸਰਗ ਹੈ। ਅਸਰਗ ਕਹਿੰਦੇ ਨੇ, ਸਰਗ ਕਹਿੰਦੇ ਨੇ ਸੰਸਾਰ ਨੂੰ। ਆਪ ਜੀ ਸੰਸਾਰ ਤੋਂ ਰਹਿਤ ਹੋ। ਆਪ ਜੀ ਸੰਸਾਰ ਤੋਂ ਮੁਕਤ ਹੋ। ਨੀਲ ਹੈ। ਨੀਲ ਕਹਿੰਦੇ ਨੇ ਗਿਣਤੀ ਨੂੰ। ਆਪ ਜੀ ਗਿਣਤੀਆਂ ਵਿੱਚ ਵੀ ਨਹੀਂ ਆਉਂਦੇ। ਆਪ ਜੀ ਗਿਣਤੀਆਂ ਤੋਂ ਰਹਿਤ ਹੋ। ਅਨਾਦ ਹੈ। ਅਨਾਦ ਹੈ। ਆਪ ਜੀ ਨੂੰ ਕੋਈ ਬੋਲ ਕੇ ਕਹਿ ਨਹੀਂ ਸਕਦਾ। ਅਨਾਦ, ਅਨ ਆਦ, ਆਪ ਜੀ ਦਾ ਕੋਈ ਆਦ ਨਹੀਂ ਹੈ। ਕੌਨਕ ਹੈ ਤੂੰ ਕਦ ਕਾ, ਕੋਈ ਕਹਿ ਨਹੀਂ ਸਕਦਾ ਕਿ ਤੂੰ ਕਦੋਂ ਦਾ ਹੈ, ਤੂੰ ਕਦੋਂ ਜਨਮ ਲਿਆ। ਅਨ ਆਦ, ਆਪ ਜੀ ਦਾ ਕੋਈ ਆਦ ਨਹੀਂ ਹੈ, ਬਲਕਿ ਆਪ ਜੀ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜਦੋਂ ਯੁੱਗ ਨਹੀਂ ਬਣੇ ਸੀ ਉਦੋਂ ਵੀ ਤੂੰ ਸੱਚਾ ਸੀ। ਯੁੱਗ ਬਣੇ ਉਦੋਂ ਵੀ ਤੂੰ ਸੱਚਾ ਹੈ ਹੁਣ ਵੀ ਸੱਚਾ ਹੈ, ਭੀ ਪਿੱਛੇ ਵੀ ਸੱਚਾ ਸੀ। ਨਾਨਕ ਹੋਸੀ ਭੀ ਸੱਚ, ਤੇ ਆਉਣ ਵਾਲੇ ਸਮੇਂ ਵਿੱਚ ਵੀ ਪਰਮਾਤਮਾ ਜੀ ਆਪ ਜੀ ਸੱਚੇ ਹੋ।
ਆਪ ਜੀ ਦਾ ਕੋਈ ਆਦ ਨਹੀਂ ਹੈ, ਸਾਡੇ ਤਾਂ ਆਦ ਹੈ ਨਾ। ਸਾਡੇ ਜਨਮ ਦੀ ਤਰੀਕ ਹੈ ਕਿ ਫਲਾਣਾ ਇੰਨੇ ਸੰਨ ਵਿੱਚ ਉਸਨੇ ਜਨਮ ਲਿਆ, ਫਲਾਣਾ ਇੰਨੇ ਸੰਨ ਵਿੱਚ ਜੰਮਿਆ। ਪਰ ਸੱਚੇ ਪਾਤਸ਼ਾਹ ਜੀਓ ਆਪ ਜੀ ਆਦ ਤੋਂ ਰਹਿਤ ਹੋ, ਆਪ ਜੀ ਦਾ ਕੋਈ ਆਦ ਨਹੀਂ ਹੈ। ਅਜੇ ਹੈ ਆਪ ਜੀ ਜਿੱਤਣ ਤੋਂ ਰਹਿਤ ਹੋ, ਆਪ ਜੀ ਨੂੰ ਕੋਈ ਜਿੱਤ ਨਹੀਂ ਸਕਦਾ ਅਜੇ। ਆਪ ਜੀ ਜੰਮਣ ਤੋਂ ਰਹਿਤ ਹੋ, ਆਪ ਜੀ ਜਨਮ ਮਰਨ ਵਿੱਚ ਨਹੀਂ ਆਉਂਦੇ। ਆਜ਼ਾਦ ਹੈ ਆਪ ਜੀ ਆਜ਼ਾਦ ਹੋ, ਸੁਤੰਤਰ ਹੋ, ਆਪ ਜੀ ਨੂੰ ਕੋਈ ਗੁਲਾਮ ਨਹੀਂ ਕਰ ਸਕਦਾ, ਕੋਈ ਗੁਲਾਮ ਬਣਾ ਕੇ ਆਪ ਨੂੰ ਰੱਖ ਨਹੀਂ ਸਕਦਾ। ਅੱਜ ਕਹਿੰਦੇ ਨੇ ਬ੍ਰਹਮਾ ਨੂੰ ਆਦ, ਆਪ ਜੀ ਬ੍ਰਹਮਾ ਦਾ ਵੀ ਆਦ ਰੂਪ ਹੋ, ਬ੍ਰਹਮਾ ਨੂੰ ਵੀ ਆਪ ਜੀ ਪੈਦਾ ਕਰਨ ਵਾਲੇ ਹੋ। ਅੱਜ ਕਹਿੰਦੇ ਨੇ ਮਾਇਆ ਨੂੰ, ਮਾਇਆ ਦਾ ਵੀ ਆਪ ਜੀ ਆਦ ਰੂਪ ਹੋ, ਮਾਇਆ ਨੂੰ ਵੀ ਆਪ ਜੀ ਪੈਦਾ ਕਰਨ ਵਾਲੇ ਹੋ। ਜਨਮ ਹੈ ਆਪ ਜੀ ਜਨਮਾਂ ਵਿੱਚ ਨਹੀਂ ਆਉਂਦੇ, ਜਨਮ ਮਰਨ ਤੋਂ ਰਹਿਤ ਹੋ। ਵਰਨ ਹੈ ਆਪ ਜੀ ਨੂੰ ਕੋਈ ਅੱਖਰਾਂ ਕਰਕੇ ਕੋਈ ਆਪ ਜੀ ਦਾ ਅੰਤ ਨਹੀਂ ਪਾ ਸਕਦਾ। ਵਰਨ ਕਥਨ ਤੋਂ ਰਹਿਤ ਹੈ, ਵਰਨ ਜਾਤਾਂ ਤੋਂ ਰਹਿਤ ਹੈ, ਅਵਰਨ ਹੈ। ਆਪ ਜੀ ਜਾਤਾਂ ਪਾਤਾਂ ਤੋਂ ਰਹਿਤ ਹੋ, ਅਵਰਨ ਕਥਨ ਤੋਂ ਰਹਿਤ ਹੋ, ਅਵਰਨ ਗਿਣਤੀ ਤੋਂ ਰਹਿਤ ਹੋ, ਅਵਰਨ ਰੰਗਾਂ ਤੋਂ ਆਪ ਜੀ ਰਹਿਤ ਹੋ। ਅਭੂਤ ਹੈ ਅਭੂਤ ਹੈ। ਇਸੇ ਤਰ੍ਹਾਂ ਆਪ ਜੀ ਡਰ ਤੋਂ ਰਹਿਤ ਹੋ, ਭੈ ਤੋਂ ਰਹਿਤ ਹੋ। ਆਪ ਜੀ ਨੂੰ ਕਿਸੇ ਦਾ ਡਰ ਨਹੀਂ ਹੈ। ਅਭੂਤ, ਭੂ ਕਹਿੰਦੇ ਨੇ ਪ੍ਰਿਥਵੀ ਨੂੰ, ਪ੍ਰਿਥਵੀ ਦੇ ਕਾਰਜ ਤੱਤਾਂ ਤੋਂ ਆਪ ਜੀ ਰਹਿਤ ਹੋ। ਆਪ ਜੀ ਜਿਵੇਂ ਪੰਜ ਤੱਤ ਜੋ ਸਰੀਰ ਹੁੰਦੇ ਨੇ, ਸਰੀਰਾਂ ਤੋਂ ਆਪ ਜੀ ਰਹਿਤ ਹੋ, ਅਭੂਤ ਹੋ। ਆਪ ਜੀ ਅਭੂਤ ਹੈ। ਅਭਰਨ ਹੈ ਅਭਾਰਨ ਹੈ। ਅਭਾਰਨ ਕਹਿੰਦੇ ਨੇ ਗਹਿਣੇ ਨੂੰ। ਸੱਚੇ ਪਾਤਸ਼ਾਹ ਜੀ ਆਪ ਜੀ ਗਹਿਣਾ ਰੂਪ ਹੋ। ਜਿਵੇਂ ਆ ਬੀਬੀਆਂ ਗਹਿਣੇ ਪਾਉਂਦੀਆਂ ਨੇ, ਇਸਤਰੀ ਗਹਿਣੇ ਪਾਉਂਦੀ ਹੈ ਅਤੇ ਸ਼ਿੰਗਾਰ ਕਰਦੀਆਂ ਨੇ ਕਿ ਅਸੀਂ ਸੋਹਣੇ ਲੱਗਣ, ਅਤੇ ਅਭਾਰਨ ਹੈ। ਉਹ ਪਰਮਾਤਮਾ ਗਹਿਣਾ ਰੂਪ ਹੈ, ਸਾਰਿਆਂ ਨਾਲੋਂ ਸੋਹਣਾ ਹੈ। ਭਰਨ ਸਾਰਿਆਂ ਦੀ ਪੂਰਤੀ ਕਰਨ ਵਾਲਾ ਹੈ, ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ, ਐਸਾ ਉਹ ਪਰਮਾਤਮਾ ਹੈ। ਇਸੇ ਤਰ੍ਹਾਂ ਕਈ ਨਾਮ ਸਤਿਗੁਰਾਂ ਨੇ ਇਹ ਉਚਾਰਨ ਕਰਦੇ ਨੇ। ਕਈ ਜਾਪ ਸਾਹਿਬ ਨੂੰ ਸਹੰਸਰਨਾਮਾ ਵੀ ਕਹਿ ਦਿੰਦੇ ਨੇ ਕਿ ਹਜ਼ਾਰਾਂ ਹੀ ਨਾਮ ਪਰਮਾਤਮਾ ਦੇ ਇਸ ਵਿੱਚ ਕਥਨ ਕੀਤੇ ਨੇ। ਇਸੇ ਤਰ੍ਹਾਂ ਆਪਾਂ ਵੀ ਉਸ ਪਰਮਾਤਮਾ ਦੀ ਇਸ ਤਰ੍ਹਾਂ ਜਾਪ ਕਰੀਏ, ਬੰਦਗੀ ਕਰੀਏ, ਉਸ ਦੀ ਉਸਤਤੀ ਕਰੀਏ, ਨਮਸਕਾਰਾਂ ਕਰੀਏ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ, ਸਾਡੇ 'ਤੇ ਕਿਰਪਾ ਕਰਨੀ ਕਰੋ, ਸਾਡੇ ਹਿਰਦੇ ਵਿੱਚ ਵਸੋ, ਜਨਮ ਮਰਨ ਸਾਡਾ ਮੇਟੋ। ਸੋ ਇੰਨਾ ਸਮਾਂ ਪ੍ਰਵਾਨ ਕਰਨਾ। 34 ਤੱਕ ਅਗਲੇ ਛੰਦ ਦੀਆਂ ਪੌੜੀਆਂ ਹੋ ਚੁੱਕੀਆਂ ਨੇ। ਸੋ ਅੱਗੇ ਜਿਵੇਂ ਮਹਾਰਾਜ ਦੀ ਕਿਰਪਾ ਹੋਈ, ਹੁਕਮ ਹੋਇਆ, ਉਸ ਤਰ੍ਹਾਂ ਸਤਿਗੁਰੂ ਜੀ ਕਰਵਾ ਲੈਣਗੇ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਦੇਹੋ ਸੱਜਣ ਅਸੀਸੜੀਆਂ, ਜੇ ਹੋਵੈ ਸਾਹਿਬ ਸਿਓ ਮੇਲ।